ਆਪਣੇ ਰੰਗ ਅਨੇਕ ਪ੍ਰੋਗਰਾਮ ਦੇਖਣ ਵਾਲੇ ਸਭ ਦਰਸ਼ਕਾਂ ਨੂੰ ਜਗੀਰ ਸਿੰਘ ਕਾਹਲੋਂ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਪਿਆਰੇ ਦਰਸ਼ਕੋ, ਜਿਵੇਂ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਇੱਕ ਨਵਾਂ ਰੰਗ ਪੇਸ਼ ਕਰਦੇ ਹਾਂ ਤੇ ਇਸ ਵਾਰ ਵੀ ਅਸੀਂ ਇੱਕ ਨਵਾਂ ਰੰਗ ਲੈ ਕੇ ਆਏ ਹੈਗੇ ਹਾਂ ਤੇ ਇਹ ਰੰਗ ਹੈ ਡਾਕਟਰ ਰਵਿੰਦਰ। ਡਾਕਟਰ ਰਵਿੰਦਰ ਸ਼ਾਇਰ ਵੀ ਨੇ, ਡਾਕਟਰ ਵੀ ਨੇ, ਬਹੁਤ ਵਧੀਆ ਇਨਸਾਨ ਵੀ ਨੇ ਤੇ ਇਹਨਾਂ ਦੀ ਜਿਹੜੀ ਸ਼ਾਇਰੀ ਹੈ ਉਹ ਇੱਕ ਵਿਲੱਖਣ ਕਿਸਮ ਦੀ ਸ਼ਾਇਰੀ ਹੈ। ਪੰਜਾਬੀ ਸ਼ਾਇਰੀ ਦੇ ਵਿੱਚ ਉਹਨਾਂ ਦਾ ਮੁਕਾਮ ਵੀ ਵੱਖਰਾ ਹੈ ਤੇ ਉਹਨਾਂ ਦਾ ਅੰਦਾਜ਼ ਵੀ ਵੱਖਰਾ ਹੈ। ਉਹਨਾਂ ਨੇ ਆਪਣੀ ਸ਼ਾਇਰੀ ਜਿਹੜੀ ਹੈ ਇਸ ਪੰਜਾਬੀ ਸ਼ਾਇਰੀ ਵਿੱਚ ਜਿਹੜੀ ਦਸਤਕ ਆ ਉਹ ਪਹਿਲੀ ਪੁਸਤਕ ਜਦੋਂ ਉਹਨਾਂ ਲਿਖੀ ਆਪਣੀ ਉਡੀਕ ਵਿੱਚ ਉਹਦੇ ਨਾਲ ਕੀਤੀ ਔਰ ਉਸ ਤੋਂ ਬਾਅਦ ਲਗਾਤਾਰ ਸ਼ਾਇਰੀ ਦੇ ਵਿੱਚ ਸਰਗਰਮ ਨੇ। 1 ਦਰਜਨ ਦੇ ਕਰੀਬ ਸ਼ਾਇਰੀ ਦੀਆਂ ਰਚਨਾਵਾਂ ਕਰ ਚੁੱਕੇ ਨੇ। ਸ਼ਾਇਰੀ ਦੀਆਂ ਪੁਸਤਕਾਂ ਇਹਨਾਂ ਦੀਆਂ ਬਹੁਤ ਮਕਬੂਲ ਨੇ ਔਰ ਪਾਠਕਾਂ ਵਿੱਚ ਪਸੰਦ ਕੀਤੀਆਂ ਜਾਂਦੀਆਂ, ਆਲੋਚਕਾਂ ਵੱਲੋਂ ਸਲਾਹੀਆਂ ਜਾਂਦੀਆਂ ਨੇ। ਇਹਨਾਂ ਨੂੰ ਭਾਸ਼ਾ ਵਿਭਾਗ ਦਾ ਜਿਹੜਾ ਪੰਜਾਬ ਸਰਕਾਰ ਸ਼੍ਰੋਮਣੀ ਕਵੀ ਦਾ ਪੁਰਸਕਾਰ ਦਿੰਦੀ ਆ 2017 ਦੇ ਵਿੱਚ ਇਹਨਾਂ ਨੂੰ ਮਿਲਿਆ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੋਹਨ ਸਿੰਘ ਮਾਹਿਰ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਦੇ ਨਾਂ ਦੇ ਉੱਤੇ ਪੁਰਸਕਾਰ ਦਿੱਤਾ ਜਾਂਦਾ ਉਹ ਵੀ ਇਹਨਾਂ ਨੂੰ ਦਿੱਤਾ ਗਿਆ ਔਰ ਇਹਨਾਂ ਨੇ ਨਾਟਕ 'ਤੇ ਵੀ ਹੱਥ ਅਜਮਾਈ ਕੀਤੀ ਹੈਗੀ ਆ, ਕਿਸ ਦਰ ਦਸਤਕ ਦਈਏ। ਔਰ ਨਾਲ ਦੀ ਨਾਲ ਅੰਤਰਰਾਸ਼ਟਰੀ ਮੰਚ ਜਿਹੜੇ ਨੇ ਉਹਨਾਂ ਦੇ ਉੱਤੇ ਪਰਚੇ ਵੀ ਪੜ੍ਹਨ ਗਏ ਨੇ, ਕਾਨਫਰੰਸਾਂ ਜਿਹੜੀਆਂ ਹੋਈਆਂ ਉਹਨਾਂ ਦੇ ਵਿੱਚ ਵੀ ਭਾਗ ਲੈਂਦੇ ਰਹੇ ਨੇ ਤੇ ਕੇਂਦਰੀ ਪੰਜਾਬੀ ਲੇਖ ਸਭਾ ਤੇ ਜਿਹੜੀ ਲੁਧਿਆਣੇ ਵਾਲੀ ਆਪਣੀ ਸਾਹਿਤ ਅਕੈਡਮੀ ਹੈਗੀ ਆ ਉਹਦੇ ਇਹ ਜੀਵਨ ਮੈਂਬਰ ਵੀ ਨੇ। ਨਾਲ ਦੀ ਨਾਲ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰ ਸੁਸਾਇਟੀ ਜਿਹੜੀ ਬਟਾਲੇ ਦੀ ਆ ਉਹਦੇ ਪ੍ਰਧਾਨ ਵੀ ਨੇ ਤੇ ਇਹਨਾਂ ਕੋਲ ਇੰਨੇ ਗੁਣ ਨੇ, ਇੰਨੇ ਇਹਨਾਂ ਕੋਲ ਅਹੁਦੇ ਨੇ, ਇੰਨੀਆਂ ਇਹਨਾਂ ਦੀਆਂ ਪ੍ਰਾਪਤੀਆਂ ਨੇ, ਜੇ ਗਿਣਨ ਲੱਗੀਏ ਤਾਂ ਫਿਰ ਇਹਨਾਂ ਨਾਲ ਗੱਲਾਂ ਕਰਨ ਦਾ ਸਮਾਂ ਜਿਹੜਾ ਉਹ ਘੱਟ ਜਾਏਗਾ। ਸੋ ਅਸੀਂ ਸਵਾਗਤ ਕਰਦੇ ਹਾਂ ਜੀ ਡਾਕਟਰ ਰਵਿੰਦਰ ਹੋਰਾਂ ਦਾ। ਸ਼ੁਕਰੀਆ, ਮੋਸਟ ਵੈਲਕਮ ਡਾਕਟਰ ਜੀ। ਥੈਂਕ ਯੂ, ਮਿਹਰਬਾਨੀ ਬਹੁਤ ਬਹੁਤ ਗੌਰਵ ਸਾਹਿਬ। ਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਵੱਲੋਂ ਵੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਉਹਨਾਂ ਨੇ। ਹਾਂਜੀ, ਮੈਂ ਸਭ ਤੋਂ ਪਹਿਲਾਂ ਇਹ ਚਾਹਾਂਗਾ ਜੀ ਕਿ ਜਿਹੜੀ ਸ਼ਾਇਰੀ ਆ ਉਹ ਤਾਂ ਤੁਸੀਂ ਮਤਲਬ ਆਪਣੀ ਉਡੀਕ ਵਿੱਚ ਪੁਸਤਕ ਤੋਂ ਸ਼ੁਰੂ ਕੀਤੀ ਆ ਤੇ ਆਖਰਕਾਰ ਤੁਹਾਡੇ ਬਚਪਨ ਦੇ ਪ੍ਰਭਾਵ, ਤੁਹਾਡੇ ਉੱਤੇ ਕੀ ਪ੍ਰਭਾਵ ਪਏ, ਤਾਂ ਤੁਸੀਂ ਆਪਣੇ ਬਚਪਨ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਤੁਸੀਂ ਕਿੱਥੇ ਪੈਦਾ ਹੋਏ, ਪੇਰੈਂਟਸ ਵਗੈਰਾ, ਇਲਾਕਾ ਕੀ ਸੀਗਾ। ਹਾਂਜੀ, ਮੇਰਾ ਜਨਮ ਜਿਹੜਾ ਨਾ ਉਹ ਬਟਾਲਾ ਸ਼ਹਿਰ ਦੇ ਵਿੱਚ, ਬਟਾਲਾ ਜਿਹੜਾ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਮਹੱਤਵਪੂਰਨ ਸ਼ਹਿਰ ਹੈ, ਉੱਥੇ ਮੇਰਾ ਜਨਮ ਹੋਇਆ 1950 'ਚ ਤੇ ਮੈਂ ਬਚਪਨ ਤੋਂ ਆਪਣੀ ਸਾਰੀ ਜਿਹੜੀ ਐਜੂਕੇਸ਼ਨ ਉੱਥੇ ਹੀ ਲਈ, ਜਿਹੜੀ ਹਾਇਰ ਸੈਕੰਡਰੀ ਤੱਕ। ਉੱਥੇ ਮੇਰੇ ਪਿਤਾ ਜੀ ਦੀ ਨਾ ਕਾਰਖਾਨਾ 'ਚ ਫੈਕਟਰੀ ਸੀ, ਲੋਹੇ ਦੀ ਫੈਕਟਰੀ, ਉੱਥੇ ਮੇਨ ਲੋਹੇ ਦਾ ਹੀ ਕੰਮ ਹੁੰਦਾ ਤੇ ਮੇਰੇ ਦਾਦਾ ਜੀ ਵੀ ਉੱਥੇ ਹੀ ਹੁੰਦੇ ਸੀ ਤੇ ਨਾਨਾ ਜੀ ਮੇਰੇ ਉਹਨਾਂ ਦੀ ਸਾਹਿਤ ਦੇ ਵਿੱਚ ਵੀ ਰੁਚੀ ਸੀ ਤੇ ਨਾਲ ਉਹ ਪੋਲੀਟੀਸ਼ੀਅਨ ਵੀ ਸਨ। ਤੇ ਮੇਰੀ ਮਦਰ ਦਾ ਵੀ ਮੇਰੇ 'ਤੇ ਬੜਾ ਪ੍ਰਭਾਵ ਪਿਆ ਕਿ ਉਹ ਸ਼ੁਰੂ ਤੋਂ ਸੰਗੀਤ ਨਾਲ, ਗੁਰਦੁਆਰੇ ਗਾਇਕੀ ਨਾਲ, ਤੇ ਉਹਨਾਂ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਮਿਊਜ਼ਿਕ ਦੀ BA ਕੀਤੀ ਸੀ। ਉਹ ਫਿਰ ਮੇਰੇ ਉਹ ਥੋੜ੍ਹਾ ਬਹੁਤਾ ਜਿਹੜਾ ਸਾਹਿਤਕ ਮਾਹੌਲ ਜਿਹੜਾ ਉਹ ਮੈਨੂੰ ਮਿਲਿਆ ਤੇ ਬਾਅਦ ਵਿੱਚ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਦਾਖਲ ਹੋ ਗਿਆ ਜੀ। ਉੱਥੋਂ ਮੈਂ MBBS ਕੀਤੀ, 72 'ਚ MBBS ਕੀਤੀ। ਫਿਰ ਮੈਂ ਬੱਚਿਆਂ ਦੀ ਸਪੈਸ਼ਲਾਈਜੇਸ਼ਨ ਜਿਹੜੀ ਉੱਥੋਂ ਹੀ MD ਕੀਤੀ ਤੇ ਉਸ ਤੋਂ ਬਾਅਦ ਮੈਂ ਫਿਰ ਭਾਵੇਂ ਕਿ ਉਦੋਂ ਬੜੇ ਮੌਕੇ ਸਨ ਹੋਰ ਵੀ ਕਈ ਵਿਦੇਸ਼ ਆਉਣ ਦੇ ਜਾਂ ਵੱਡੇ ਸ਼ਹਿਰ 'ਚ ਸੈਟਲ ਹੋਣ ਦੇ, ਪਰ ਮੈਂ ਸੋਚਿਆ ਕਿ ਆਪਣੇ ਉੱਥੇ ਹੀ ਜਾਈਏ ਜਿੱਥੇ ਲੋੜ ਆ ਮੇਰੀ, ਜਿੱਥੇ ਬੱਚਿਆਂ ਨੂੰ, ਮੈਂ ਬੱਚਿਆਂ ਦੀ ਸਪੈਸ਼ਲਾਈਜੇਸ਼ਨ ਸੀ। ਮੈਂ ਫਿਰ ਉਸ ਪਛੜੇ ਇਲਾਕੇ 'ਚ ਆਪਣੇ ਪਿੰਡ ਹੀ ਮੁੜ ਕੇ ਘਰ ਹੀ ਆ ਕੇ ਉੱਥੇ ਪ੍ਰੈਕਟਿਸ ਸ਼ੁਰੂ ਕੀਤੀ ਤੇ ਅੱਜ ਤੱਕ ਮੈਂ ਉਹ ਕਰ ਰਿਹਾ। ਪਿਆਰੇ ਦਰਸ਼ਕੋ, ਇਹਨਾਂ ਨੇ ਜ਼ਿਕਰ ਕੀਤਾ ਹੈਗਾ ਕਿ ਇਹਨਾਂ ਨੇ ਸਪੈਸ਼ਲਾਈਜੇਸ਼ਨ ਕੀਤੀ ਬੱਚਿਆਂ ਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਹਨਾਂ ਦੀ ਜਿਹੜੀ ਸਪੈਸ਼ਲਾਈਜੇਸ਼ਨ ਆ ਉਹਦਾ ਇਹਨਾਂ ਨੇ ਆਪਣੇ ਘਰ ਦੇ ਵਿੱਚ ਆ ਕੇ, ਯਾਨੀ ਕਿ ਬਟਾਲੇ ਸ਼ਹਿਰ ਦੇ ਵਿੱਚ ਆ ਕੇ ਸੇਵਾ ਕਰਨ ਦਾ ਜਿੰਮਾ ਲਿਆ ਔਰ ਆਲੇ ਦੁਆਲੇ ਦੂਰ ਦੂਰ ਤੱਕ ਬੱਚਿਆਂ ਦੀ ਕੋਈ ਵੀ ਔਰ ਹੋਏ, ਕੋਈ ਵੀ ਬਿਮਾਰੀ ਹੋਏ, ਅੱਜ ਵੀ ਉੱਥੇ ਕਹਿੰਦੇ ਆ ਜੀ
ਬਟਾਲੇ ਵਾਲੇ ਡਾਕਟਰ ਰਵਿੰਦਰ ਕੋਲ ਚਲੋ। ਔਰ ਜਿੱਦਾਂ ਕਹਿੰਦੇ ਆ, ਇੱਕ ਵਿਸ਼ਵਾਸ ਕੀਤਾ ਜਾਂਦਾ ਕਿ ਇੱਕ ਸ਼ਫਾ ਕਿਸੇ ਡਾਕਟਰ ਦੇ ਹੱਥ ਦੇ ਵਿੱਚ ਹੁੰਦੀ ਹੈਗੀ ਆ। ਸੋ ਮੈਂ ਸਮਝਣਾ ਵੀ ਡਾਕਟਰ ਰਵਿੰਦਰ ਹੋਰਾਂ ਦੇ ਹੱਥ 'ਚ ਵੀ ਇਹ ਸ਼ਫਾ ਹੈ। ਮੇਰੇ ਨਿੱਜੀ ਤਜਰਬੇ ਵੀ ਹਨ ਕਿ ਜਿੱਥੇ ਕਿਤੇ ਜ਼ਰੂਰਤ ਪਈ ਆ ਤਾਂ ਤੁਸੀਂ ਡਾਕਟਰ ਸਾਹਿਬ ਹੁਣ ਇਹ ਦੱਸੋ ਕਿ ਤੁਸੀਂ ਇੱਕ ਬੜੇ ਮਤਲਬ ਮੰਨੇ ਪਰਮੰਨੇ ਡਾਕਟਰ ਵੀ ਹੋ। ਤੁਸੀਂ ਪਹਿਲਾਂ ਮੈਡੀਕਲ ਸਾਇੰਸ ਪੜ੍ਹੀ ਹੋਏਗੀ, ਫਿਰ ਉਸ ਤੋਂ ਬਾਅਦ MBBS ਕੀਤੀ ਆ, ਫਿਰ ਸਪੈਸ਼ਲਾਈਜੇਸ਼ਨ ਕੀਤੀ ਆ, ਅਤੇ ਇਹ ਕਵਿਤਾ ਵਾਲੇ ਪਾਸੇ ਤੁਸੀਂ ਡਾਕਟਰੀ ਤੋਂ ਸਾਇੰਸ ਵਾਲੇ ਪਾਸੇ ਤੋਂ ਮੈਡੀਕਲ ਸਾਇੰਸ ਤੋਂ ਕਿਵੇਂ ਇੱਧਰ ਆਏ? ਨਹੀਂ ਜੀ, ਇਹ ਜਿਹੜੀ ਇੱਕ ਟ੍ਰਾਂਜੀਸ਼ਨ ਹੈ ਜਾਂ ਸਫ਼ਰ ਹੈ, ਮੇਰਾ ਖਿਆਲ ਹੈ ਕਿ ਇਹ ਨਾਲ ਨਾਲ ਹੀ ਚੱਲਦਾ। ਜਿੱਦਾਂ ਮਾਂ ਦੀ ਗੁੜਤੀ ਨਾਲ ਕੋਈ ਚੀਜ਼ ਹੁੰਦੀ ਹੈ, ਅੰਦਰ ਤੁਹਾਡੇ ਹਰ ਇਨਸਾਨ ਦੇ ਕੋਈ ਇੱਕ ਕਵੀ ਬੈਠਾ ਹੁੰਦਾ। ਜਦੋਂ ਉਹ ਮੌਸਮ ਠੀਕ ਹੁੰਦਾ ਜਾਂ ਜ਼ਮੀਨ ਜ਼ਰਖੇਜ਼ ਹੁੰਦੀ ਆ ਜਾਂ ਜਿਹਨੂੰ ਅਸੀਂ ਕਹਿੰਦੇ ਵੱਤਰ ਹੁੰਦੀ ਆ, ਉਦੋਂ ਫਿਰ ਉਹ ਅੰਕੁਰ ਜਿਹੜਾ ਉਹ ਪ੍ਰਫੁੱਲਤ ਹੁੰਦਾ ਜੀ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਉਹ ਅੰਦਰ ਤੁਹਾਡੀ ਸੰਵੇਦਨਾਵਾਂ, ਸੈਂਸਿਟਿਵਿਟੀਜ਼ ਜਿਹੜੀਆਂ ਉਹ ਸਾਰੀਆਂ ਹੁੰਦੀਆਂ ਨੇ ਇਕੱਠੀਆਂ, ਪਰ ਉਹਨਾਂ ਨੂੰ ਰਾਹ ਨਹੀਂ ਲੱਭ ਰਿਹਾ ਹੁੰਦਾ। ਉਹ ਕਈ ਵਾਰ ਫਿਰ ਇਹੋ ਜਿਹੇ ਮੋੜ ਜ਼ਿੰਦਗੀ 'ਚ ਆਉਂਦੇ ਆ ਕਿ ਉਹ ਤੁਸੀਂ ਉਹ ਸ਼ਾਇਰੀ ਵਾਲੇ ਪਾਸੇ ਨੂੰ ਰੁਚਿਤ ਹੋ ਜਾਂਦੇ ਹੋ। ਔਰ ਅਸੀਂ ਇਸ ਤਰ੍ਹਾਂ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਗੁਰਦੁਆਰੇ ਦੀ ਸਟੇਜਾਂ 'ਤੇ ਜਾਂ ਇੱਧਰ ਉੱਧਰ ਥੋੜ੍ਹੀ ਬਹੁਤੀ ਮੈਂ ਉਹ ਗੀਤ ਵਗੈਰਾ ਧਾਰਮਿਕ ਬੋਲਦੇ ਹੋਣਾ ਜਾਂ ਨਾਨਾ ਜੀ ਨੇ ਉਤਸ਼ਾਹਤ ਕਰਨਾ, ਉੱਥੇ ਕੋਈ ਲੈਕਚਰ ਛੋਟਾ ਮੋਟਾ ਸਕੂਲ ਦੇ ਡਿਬੇਟਸ। ਉਹ ਫਿਰ ਕਾਲਜ ਜਾ ਕੇ ਮੈਂ ਫਾਈਨਲ ਈਅਰ 'ਚ ਜਦੋਂ ਸੀ 1972 'ਚ, ਉਦੋਂ ਫਿਰ ਆਪਾਂ ਕਾਲਜ ਦੀ ਮੈਗਜ਼ੀਨ 'ਚ ਲਿਖਣਾ ਸ਼ੁਰੂ ਕੀਤਾ। ਫਿਰ ਉੱਥੋਂ ਦੀਆਂ ਜਿਹੜੀਆਂ ਮੈਗਜ਼ੀਨਸ ਚੱਲ ਰਹੀਆਂ ਸੀ ਉੱਦਾਂ, ਜਿਵੇਂ ਕਵਿਤਾ, ਚਰਚਾ, ਫਿਰ ਅਸੀਂ ਖੁਦ ਵੀ ਉੱਥੋਂ ਹੌਲੀ ਹੌਲੀ ਪ੍ਰੀਤਨਗਰ, ਕਿਉਂਕਿ ਨੇੜੇ ਸੀ, ਉੱਥੇ ਸਾਡਾ ਬਹੁਤ ਆਉਣ ਜਾਣ ਸੀ, ਉੱਥੋਂ ਮੈਂ, ਪਰਮਿੰਦਰਜੀਤ ਨੇ, ਕਰਨੈਲ ਨੇ, ਅਸੀਂ ਰਲ ਕੇ ਇੱਕ ਮੈਗਜ਼ੀਨ ਅੱਖਰ ਕੱਢਿਆ, ਜਿਹੜਾ ਹੁਣ ਤੱਕ ਵੀ ਕੁਝ ਹੋਰ ਸਾਡੇ ਯੰਗ ਜਨਰੇਸ਼ਨ ਚਲਾ ਰਹੀ ਹੈ। ਅਤੇ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਉਹ ਉਸ ਰਾਹ 'ਤੇ ਤੁਰਦੇ ਰਹੇ। ਅਤੇ ਮੇਰੀ ਪਹਿਲੀ ਜਿਹੜੀ ਪੁਸਤਕ ਆ ਉਹ ਤਾਂ ਮੈਂ ਕਾਫੀ ਦੇਰ ਬਾਅਦ ਆਪਣੀ ਉਡੀਕ ਵਿੱਚ ਜਿਹੜੀ ਨਾ 1982 'ਚ ਛਪੀ ਸੀ, ਜਦੋਂ ਮੈਂ ਉਦੋਂ ਆ ਚੁੱਕਾ ਸੀ ਉੱਥੋਂ। ਇਹ ਡਾਕਟਰ ਸਾਹਿਬ ਤੁਹਾਡੇ ਆਲੇ ਦੁਆਲੇ ਜਿਹੜੀ ਜ਼ਮੀਨ ਆ ਉਹ ਬੜੀ ਜ਼ਰਖੇਜ਼ ਸੀਗੀ, ਪੋਇਟਰੀ ਦੀ ਜ਼ਮੀਨ ਜਿਹੜੀ ਆ, ਜਿੱਥੇ ਸ਼ਾਹ ਸ਼ਰਫ ਬਟਾਲਵੀ, ਜਿੱਥੇ ਸ਼ਿਵ ਕੁਮਾਰ ਬਟਾਲਵੀ, ਅਤੇ ਜਿੱਥੇ ਬਰਕਤ ਰਾਮ ਯੁਮਨ ਵਰਗੇ ਉਸਤਾਦ ਸ਼ਾਇਰ ਸੀਗੇ ਜਿਸ ਸ਼ਹਿਰ ਦੇ ਵਿੱਚ, ਉਹ ਜਿਹੜੀ ਫਿਜ਼ਾ ਸੀਗੀ ਉਹਦਾ ਕੋਈ ਪ੍ਰਭਾਵ ਤੁਹਾਡੇ 'ਤੇ ਪਿਆ ਕਿ ਤੁਹਾਡਾ ਜਿਹੜਾ ਅੰਕੁਰ ਫੁੱਟਿਆ ਅਤੇ ਫਿਰ ਤੁਸੀਂ ਆਪਣੀ ਉਡੀਕ ਵਿੱਚ ਜਿਹੜੀ ਆਪਣੀ ਸ਼ਾਇਰੀ ਦੀ ਪੁਸਤਕ ਆ ਉਹ ਛਪਵਾਈ? ਹਾਂਜੀ, ਉਹਦਾ ਪ੍ਰਭਾਵ ਜ਼ਰੂਰ ਪਿਆ ਜੀ। ਮਤਲਬ ਉਹ ਅਸੀਂ ਛੋਟੇ ਉਹਨਾਂ ਦਿਨਾਂ 'ਚ ਨਾ ਮੁਸ਼ਾਇਰਿਆਂ ਦਾ ਜਿਹੜਾ ਰਿਵਾਜ਼ ਹੁੰਦਾ ਸੀ। ਤੁਹਾਡੇ ਸਾਡੇ ਸਕੂਲ ਦੀ ਬੜੀ ਵੱਡੀ ਈਦਗਾਹ ਦੀ ਗਰਾਊਂਡ ਸੀ ਉਹ ਪੁਰਾਣੀ, ਉੱਥੇ ਹਰ ਬਾਬੇ ਦਾ ਮੇਲੇ, ਸਾਡੇ ਬਾਬਾ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਉੱਥੇ ਹੋਈ ਆ ਜੀ, ਉੱਥੇ ਬੜਾ ਵੱਡਾ 2-3 ਦਿਨ ਉਸ ਲੱਗਦਾ, ਮੇਲਾ ਲੱਗਦਾ ਬੜਾ ਵੱਡਾ। ਉਦੋਂ ਫਿਰ ਸ਼ਾਮ ਨੂੰ ਸਿਆਸੀ ਸਟੇਜਾਂ ਵੀ ਲੱਗਦੀਆਂ ਅਤੇ ਨਾਲ ਹੀ ਸਾਹਿਤਕ ਕਵੀ ਦਰਬਾਰ ਜਾਂ ਇਸ ਤਰ੍ਹਾਂ ਇਹ ਹੁੰਦੇ ਸੀ ਉਦੋਂ। ਉਹਨਾਂ ਵਿੱਚ ਮੈਂ ਇਹਨਾਂ ਸਾਰਿਆਂ ਨੂੰ ਸੁਣਿਆ, ਬਰਕਤ ਰਾਮ ਯਮਨ ਹੋਰਾਂ ਨੂੰ, ਮੇਲਾ ਰਾਮ ਤਾਹਿਰ ਨੂੰ, ਮਹਾਕਵੀ ਸ਼ਾਂਤ ਨੂੰ, ਅਸ਼ੋਕ ਨੂੰ, ਸ਼ਿਵ ਕੁਮਾਰ ਵੀ, ਉਹਨੂੰ ਵੀ ਮੈਂ ਸੁਣਿਆ। ਅਤੇ ਸ਼ਿਵ ਕੁਮਾਰ ਦੀ ਸਾਡੇ ਨਾਲ ਥੋੜ੍ਹੀ ਜਿਹੀ ਮੇਰੇ ਮਾਮਾ ਜੀ ਦਾ ਉਹ ਦੋਸਤ ਸੀਗਾ, ਅਤੇ ਮੈਂ ਬਹੁਤ ਛੋਟਾ, ਜਦੋਂ 10ਵੀਂ 11ਵੀਂ ਜਾਂ ਉਹਨਾਂ ਦਿਨਾਂ 'ਚ ਸ਼ਿਵ ਕੁਮਾਰ ਪੂਰੀ ਆਪਣੇ ਚੜ੍ਹਾਈ ਜਲਾਓ ਸੀ, ਅਤੇ ਮੈਂ ਉਹ ਸਾਡੇ ਘਰ ਵੀ ਅਕਸਰ ਆਉਂਦਾ ਹੁੰਦਾ ਸੀ। ਮੈਂ ਪਰ ਬਾਅਦ 'ਚ ਪੜ੍ਹਨ ਇੱਧਰ ਆ ਗਿਆ, ਅਤੇ ਪਰ ਫਿਰ ਵੀ ਮੈਂ ਉਹਨਾਂ ਨਾਲ ਕਾਫੀ ਵਾਰੀ ਮੈਂ ਮਿਲਿਆ ਵੀ ਹਾਂ, ਉਹਨਾਂ ਨੂੰ ਸੁਣਿਆ ਵੀ ਆ। ਸੋ ਉਹਨਾਂ ਚੀਜ਼ਾਂ ਦਾ ਕੁਝ ਨਾ ਕੁਝ ਕਿਤੇ ਅਸਰ ਹੁੰਦਾ ਵੀ ਆ ਵੀ ਆਪਾਂ ਵੀ ਇਹਨਾਂ ਵਰਗਾ ਲਿਖੀਏ, ਕੁਛ ਕਰੀਏ। ਅਤੇ ਉਹ ਫਿਰ ਜਦੋਂ ਮੌਕਾ ਮਿਲਦਾ ਉਹਦੇ ਵਿੱਚ ਸਭ ਨਾਲ ਚੱਲਦਾ। ਇਹ ਜਿਹੜੀ ਤੁਸੀਂ ਪੁਸਤਕ 1982 ਦੇ ਵਿੱਚ ਪ੍ਰਕਾਸ਼ਿਤ ਕਰਾਈ ਹੈਗੀ ਆ, ਹਾਂਜੀ, ਇਹਦੇ 'ਚ ਤੁਸੀਂ ਕਿਸ ਕਿਸਮ ਦੀ ਸ਼ਾਇਰੀ ਜਿਹੜੀ ਆ ਲੈ ਕੇ ਪੰਜਾਬੀ ਸ਼ਾਇਰੀ ਦੇ ਅਸਮਾਨ 'ਤੇ ਆਏ ਹੋ? ਜ਼ਿਆਦਾਤਰ ਇਹਦੇ ਵਿੱਚ ਜਿਹੜੀਆਂ ਨਾ ਉਹ ਮੁਹੱਬਤ ਦੀਆਂ ਕਵਿਤਾਵਾਂ ਨੇ, ਮਤਲਬ ਇੱਕ ਦੂਜੇ ਨਾਲ ਜਿਹੜੀ ਅੰਦਰੂਨੀ ਗਹਿਰਾਈ ਨਾਲ ਪਿਆਰ ਦੀਆਂ ਕਵਿਤਾਵਾਂ ਨੇ। ਬਾਕੀ ਸਮਾਜ 'ਚ ਜੋ ਕੁਝ ਵਿਚਰਦੇ ਆਪਾਂ, ਜਦੋਂ ਉਹਦੇ ਵਿੱਚ ਜੋ ਹੋ ਰਿਹਾ ਉਹਦੀ ਵੀ ਰਿਪਰੈਜ਼ੈਂਟੇਸ਼ਨ। ਕੁਛ ਜਿਹੜੇ ਰਿਸ਼ਤਿਆਂ ਦੀਆਂ ਪਰਤਾਂ ਵੱਖਰੇ ਵੱਖਰੇ ਥਾਂ ਤੋਂ ਅਸੀਂ ਉਹਨੂੰ ਜ਼ਾਵੀਏ ਤੋਂ ਵੇਖਦੇ ਹਾਂ, ਵੱਖਰੇ ਐਂਗਲ ਤੋਂ ਵੇਖਦੇ ਹਾਂ। ਉਹਨਾਂ ਦੀਆਂ ਗਹਿਰਾਈਆਂ ਨੇ, ਮਾਂ ਬਾਰੇ, ਭੈਣਾਂ ਬਾਰੇ, ਸਮਾਜ ਬਾਰੇ, ਦੋਸਤਾਂ ਬਾਰੇ, ਮੁਹੱਬਤ ਬਾਰੇ, ਸਾਰੇ ਹੀ ਐਂਗਲਸ ਉਹ ਹੈਗੇ, ਕੋਈ ਵਿਸ਼ੇਸ਼ ਨਹੀਂ। ਸਾਰਾ ਉਹਦੇ ਵਿੱਚ ਏਲੀਏਨੇਸ਼ਨ ਬਾਰੇ ਵੀ, ਅਤੇ ਉਸ ਵੇਲੇ ਜੋ ਸਿਆਸੀ ਤੌਰ ਦੇ ਉੱਤੇ ਇਨਸਾਨ ਦੀ ਜਿਹੜੀ
ਲੁੱਟ ਖਸੁੱਟ ਹੁੰਦੀ ਆ, ਉਹ ਕਿਤੇ ਕਿਤੇ ਉਹਦਾ ਵੀ ਜ਼ਿਕਰ ਆਉਂਦਾ ਵਾ, ਜਾਂ ਟੁੱਟ ਰਹੇ ਰਿਸ਼ਤਿਆਂ ਦੇ ਬਾਰੇ ਵੀ ਉਹ ਜਿਹੜੇ ਆਯਾਮ ਨੇ, ਡਾਇਮੈਂਸ਼ਨਸ ਆ, ਉਹਨਾਂ ਦੀ ਵੀ ਆਉਂਦੀਆਂ। ਸੋ ਵੱਖਰੇ ਵੱਖਰੇ ਉਹਦੇ ਵਿੱਚ। ਇਹ ਬੜੀ ਵਧੀਆ ਗੱਲ ਡਾਕਟਰ ਸਾਹਿਬ ਤੁਸੀਂ ਸ਼ੁਰੂ ਇੱਥੋਂ ਕੀਤਾ। ਮੈਂ ਜਦੋਂ ਪੁੱਛਿਆ ਤੇ ਤੁਸੀਂ ਕਿਹਾ ਵੀ ਉਹਦੇ 'ਚ ਮੁਹੱਬਤ ਦੀ ਸ਼ਾਇਰੀ ਆ। ਇਹ ਦੁਨੀਆ ਭਰ ਦੇ ਵੱਡੇ ਸ਼ਾਇਰ ਜਿਹੜੇ ਆ ਨਾ, ਉਹ ਕਹਿੰਦੇ ਆ, ਈਵਨ ਪਾਬਲੋ ਨਰੂਦਾ ਵੀ ਕਹਿੰਦਾ ਆ ਕਿ ਬਈ ਜਿਹੜੀ ਸ਼ਾਇਰੀ ਆ ਨਾ, ਇਹ ਮੁਹੱਬਤ ਦੀ ਸ਼ਾਇਰੀ ਤੋਂ ਸ਼ੁਰੂ ਹੁੰਦੀ ਹੈਗੀ ਆ। ਸੋ ਤੁਹਾਡੀ ਜਿਹੜੀ ਡਿਵੈਲਪਮੈਂਟ ਹੈਗੀ ਆ, ਤੁਹਾਡਾ ਜਿਹੜਾ ਸ਼ਾਇਰੀ ਦਾ ਵਿਕਾਸ ਆ, ਉਹ ਜਿਹੜੀ ਇੱਕ ਕੁਦਰਤੀ ਵਿਕਾਸ ਹੁੰਦਾ ਹੈਗਾ ਸ਼ਾਇਰੀ ਦਾ, ਜਿਹਨੂੰ ਸਾਰੇ ਮੰਨਦੇ ਆ ਬਈ ਇਹ ਮੁਹੱਬਤ ਦੀ ਸ਼ਾਇਰੀ ਤੋਂ ਸ਼ੁਰੂ ਹੁੰਦੀ ਹੈਗੀ ਆ। ਔਰ ਅਗਲੀ ਜਿਹੜੀ ਤੁਹਾਡੀ ਪੁਸਤਕ ਹੈਗੀ ਆ, ਨਦੀ ਪਾਉਣ ਖੁਸ਼ਬੂ, ਉਹਦੇ ਬਾਰੇ ਮੈਂ ਗੱਲ ਕਰਨ ਤੋਂ ਪਹਿਲਾਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਪਿਆਰੇ ਦਰਸ਼ਕੋ, ਇਹਨਾਂ ਦੀਆਂ ਪੁਸਤਕਾਂ ਦੇ ਨਾਂ ਪੜ੍ਹ ਕੇ ਦੇਖੋ ਤੁਸੀਂ। ਨਦੀ ਪਾਉਣ ਖੁਸ਼ਬੂ, ਬੰਸਰੀ ਉਦਾਸ ਹੈ, ਇੱਕ ਜੰਗਲ ਮੇਰੇ ਅੰਦਰ, ਆਲਣੇ ਘਰ ਪਿੰਜਰੇ, ਮੇਰੇ ਲਈ ਨਾ ਰੁਕੋ, ਕਵਿਤਾ ਮੇਰੇ ਨਾਲ ਨਾਲ, ਭਰਿਆ ਹੈ ਮੇਰਾ ਅਸਮਾਨ, ਅਜੇ ਵਕਤ ਨਹੀਂ ਆਇਆ, ਚਿਹਰਾ ਚਿਹਰਾ ਮੈਂ ਕਹਿੰਦਾ ਵੀ ਜੇ ਇਹ ਨਾਂ ਦੱਸਿਆ ਜਾਵੇ ਵੀ ਇਹ ਪੁਸਤਕਾਂ ਦੇ ਨਾਂ ਨੇ ਤੇ ਇੰਜ ਲੱਗੇਗਾ ਕਿ ਜਿਵੇਂ ਇਹ ਇੱਕ ਨਜ਼ਮ ਆ। ਸੋ ਇਹ ਜਿਹੜੀ ਨਦੀ ਪਾਉਣ ਖੁਸ਼ਬੂ ਆ, ਉਹ ਨਾਂ ਵੀ ਦੇਖੋ ਕਿੰਨਾ ਸੋਹਣਾ ਹੈਗਾ, ਨਦੀ ਪਾਉਣ ਖੁਸ਼ਬੂ। ਔਰ ਜਿਨ੍ਹਾਂ ਨੇ ਉਹ ਪ੍ਰਿੰਟਡ ਦੇਖੀ ਹੈਗੀ ਆ ਕਿਤਾਬ, ਉਹਦੇ ਵਿੱਚ ਕਮਾਲ ਆ, ਮਤਲਬ ਪ੍ਰਿੰਟਿੰਗ ਦਾ ਵੀ ਕਮਾਲ ਹੈਗਾ। ਸੋ ਇਹਦੇ ਵਿੱਚ ਤੁਹਾਡੀ ਅਗਲੇ ਪੜਾਅ ਦੀ ਕੋਈ ਗੱਲ? ਵੈਸੇ ਇਹਦਾ ਨਾਂ ਤਾਂ ਭਾਵੇਂ ਇੱਕ ਉਹ ਐਬਸਟਰੈਕਟ ਜੀ ਚੀਜ਼ ਆ, ਜਿਹੜੀਆਂ ਹੱਥ 'ਚ ਆਉਣ ਵਾਲੀਆਂ ਨਹੀਂ, ਹੱਥਾਂ 'ਚੋਂ ਤਿਲਕ ਜਾਣ ਵਾਲੀਆਂ, ਸਮੇਂ ਦੇ ਨਾਲ ਨਾਲ ਚੱਲਣ ਵਾਲੀਆਂ ਇਹ ਤਿੰਨ ਨਾਂ ਨੇ। ਨਦੀ ਪਾਉਣ ਖੁਸ਼ਬੂ, ਮਤਲਬ ਮੇਰਾ ਇੱਕ ਆਪਣੀ ਉਡੀਕ ਵਿੱਚ ਇੱਕ ਗਜ਼ਲ ਦਾ ਇੱਕ ਸ਼ੇਰ ਸੀਗਾ ਕਿ ਜੇ ਤੂੰ ਲੱਭਣ ਚੱਲਿਆ ਨਦੀ ਪਾਉਣ ਖੁਸ਼ਬੂ ਜੀ, ਆਪਣਾ ਆਪ ਗਵਾ ਕੇ ਪਰਤੇਗਾ ਹਰ ਵਾਰ। ਵਾਹ ਵਾਹ, ਕੀ ਬਾਤ ਹੈ। ਇਹ ਤਿੰਨ ਚੀਜ਼ਾਂ ਬੰਦੇ ਦੇ ਹੱਥ ਨਹੀਂ ਕਦੇ ਆਉਂਦੀਆਂ। ਬੜੀ ਵੱਡੀ ਪਰਿਭਾਸ਼ਾ ਵੀ ਨਾਲ ਦੇਤੀ ਹੈ। ਨਾ ਤੁਸੀਂ ਖੁਸ਼ਬੂ ਨੂੰ ਫੜ ਸਕਦੇ ਹੋ ਜੀ, ਨਾ ਪਾਉਣ ਨੂੰ, ਨਾ ਨਦੀ ਨੂੰ ਜੀ, ਇਹ ਤੁਹਾਡੇ ਹੱਥਾਂ 'ਚੋਂ ਜਿੱਦਾਂ। ਤੇ ਇਸ ਕਿਤਾਬ ਦੇ ਵਿੱਚ ਮਤਲਬ ਕਿਉਂਕਿ ਬੰਦੇ ਦੀ ਪ੍ਰੌੜਤਾ ਅੱਗੇ ਹਰ ਕੋਈ ਨਾਲ ਨਾਲ ਚੱਲਦੀ ਹੈ, ਤੇ ਜੇ ਸੱਚੇ ਰੂਪ 'ਚ ਆਪਾਂ ਕਨਫੈਕਸ਼ਨ ਕਰਨਾ ਹੋਏ ਤੇ ਬਹੁਤ ਕੁਛ ਤੁਹਾਡੇ ਆਲੇ ਦੁਆਲੇ ਵਾਪਰਿਆ। ਉਹ ਦੌਰ ਸੀ ਜਦੋਂ ਜਿਹਨੂੰ ਆਪਾਂ ਮਿਲੀਟੈਂਸ ਜਾਂ ਖੜਕੂਵਾਦ ਦਾ ਦੌਰ ਸੀ, ਤੇ ਪੰਜਾਬ ਬਹੁਤ ਹੀ ਲਹੂ ਦੀਆਂ ਨਦੀਆਂ ਤਰ ਰਹੇ ਸੀ ਪੰਜਾਬ ਦੇ ਲੋਕ, ਤੇ ਬਹੁਤ ਕੁਛ ਉਦੋਂ ਹੋ ਰਿਹਾ ਸੀ। ਇਹਦੇ ਵਿੱਚ ਉਹ ਸਿਆਸੀ ਜਿਹੜੀ ਗੜਬੜਾਂ ਸਨ, ਕਿਵੇਂ ਉਹਨੂੰ ਲਿਆ ਗਿਆ, ਪੰਜਾਬ ਦੀ ਜਵਾਨੀ ਦਾ ਘਾਣ ਕਿਵੇਂ ਹੋਇਆ, ਕੀ ਸਾਜ਼ਿਸ਼ਾਂ ਸਨ, ਕਿਵੇਂ ਲੋਕਾਂ ਨੇ ਉਹ ਆਪਣੇ ਪਿੰਡੇ 'ਤੇ ਉਹ ਹੰਢਾਇਆ, ਕਿਵੇਂ ਦੀ ਹਵਾ ਵਗਦੀ ਸੀ, ਕਿਵੇਂ ਦੀ ਪੌਣ ਸੀ, ਉਹ ਸਾਰਾ ਕੁਛ ਇਸ ਪੁਸਤਕ ਦੇ ਵਿੱਚ ਉਸ ਦੌਰ ਦੀ ਕਿਉਂਕਿ ਗੱਲ ਸੀ। ਪਰ ਮੈਂ ਇੱਕ ਧਿਆਨ ਜ਼ਰੂਰ ਰੱਖਿਆ ਕਿ ਮੇਰੀ ਕੋਈ ਵੀ ਕਵਿਤਾ ਜਿਹੜੀ ਆ ਉਹ ਸਮੇਂ ਸਥਾਨ ਦੇ ਨਾਲ ਬੱਝੇ ਨਾ ਜੀ, ਉਹਦੀ ਰੈਲੇਵੈਂਸ ਜਿਹੜੀ ਆ ਉਹ ਹਮੇਸ਼ਾ ਰਵੇ। ਅੱਜ ਵੀ ਜੇ ਮੈਂ ਉਹਨਾਂ ਕਵਿਤਾਵਾਂ ਨੂੰ ਪੜ੍ਹਦਾ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਉਦੋਂ ਹੀ ਇਹ ਕੁਛ ਹੋ ਰਿਹਾ ਸੀ, ਉਹ ਅੱਜ ਦੇ ਪ੍ਰਸੰਗ 'ਚ ਵੀ ਉਹ ਕੁਛ ਹੋ ਰਿਹਾ। ਉਦੋਂ ਵੀ ਸਿਆਸੀ ਪਖੰਡ ਜਾਂ ਹੋਰ ਕਈ ਕੁਛ ਸੀ, ਅੱਜ ਵੀ ਉਸੇ ਤਰ੍ਹਾਂ ਹੋ ਰਿਹਾ। ਉਹ ਸਾਰਾ ਉਹ ਮੇਰੀ ਕਿਤਾਬ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਦੀ ਸੀ। ਮਤਲਬ ਕਿ ਇੱਕ ਸਦੀਵੀ ਗੁਣਾਂ ਵਾਲੀ ਰਚਨਾ ਆ ਤੁਹਾਡੀ, ਜਿਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪਾਰਟਿਕੂਲਰ ਸਮੇਂ ਬਾਰੇ ਹੈਗੀ ਆ। ਬਿਲਕੁਲ ਪਾਰਟਿਕੂਲਰ ਸਮੇਂ ਬਾਰੇ ਵੀ ਤੁਸੀਂ ਲਿਖੀਆਂ ਆ, ਮਤਲਬ ਬਹੁਤ ਖੂਬਸੂਰਤ ਕਵਿਤਾਵਾਂ ਤੁਹਾਡੀਆਂ ਜਿਹੜੀਆਂ ਉਹ ਉਸ ਦੌਰ ਦੀਆਂ ਵੀ ਹੈਗੀਆਂ ਆ। ਫਿਰ ਜਿਹੜਾ ਜੰਗ 'ਚ ਫੌਜੀ ਮਰ ਜਾਂਦਾ ਹੈਗਾ, ਉਹਦੇ ਮਤਲਬ ਉਹਨੂੰ ਇੱਕ ਮਸ਼ੀਨ ਦੇ ਕੇ ਜਦੋਂ ਵਰਤਾਇਆ ਜਾਂਦਾ, ਤਾਂ ਕਿੰਨੀ ਖੂਬਸੂਰਤ ਕਵਿਤਾ ਜਿਹੜੀ ਉਹ ਤੁਹਾਡੀ। ਹਾਂਜੀ, ਇੱਕ ਰਵਿੰਦਰ ਜੀ ਮੇਰੇ ਧਿਆਨ 'ਚ ਆਉਂਦੀ ਹੈ ਗੱਲ ਕਿ ਤੁਸੀਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈਗਾ ਕਿ ਆਪਣੇ ਸ਼ਹਿਰ ਦੇ ਹੀ ਨਹੀਂ, ਆਪਣੇ ਇਲਾਕੇ ਦੇ ਬੱਚਿਆਂ ਦੇ ਮਾਹਰ ਡਾਕਟਰ ਹੋ, ਤੇ ਤੁਹਾਡੇ ਕੋਲ ਭੀੜ ਲੱਗੀ ਰਹਿੰਦੀ ਆ, ਮਰੀਜ਼ ਜਿਹੜੇ ਆ ਤੁਹਾਡੇ ਕੋਲ ਬਹੁਤ ਆਉਂਦੇ ਹੈਗੇ ਆ, ਬਹੁਤ ਸਾਰਾ ਸਮਾਂ ਤੁਹਾਡਾ ਮਰੀਜ਼ਾਂ ਨੂੰ ਦੇਖਦਿਆਂ ਲੰਘਦਾ ਹੈਗਾ। ਤੇ ਇਹ ਫਿਰ ਜਿਹੜੀ ਸ਼ਾਇਰੀ ਹੈਗੀ ਆ, ਇਹਦੇ ਲਈ ਤੁਹਾਨੂੰ ਵਕਤ ਕਦੋਂ ਮਿਲਦਾ? ਹਾਂਜੀ, ਇਹ ਬੜਾ ਅਕਸਰ ਪੁੱਛਿਆ ਜਾਣ ਵਾਲਾ ਔਰ ਬੜਾ ਗੰਭੀਰ ਸਵਾਲ ਆ ਕਿ ਵਾਕਿਆ ਹੀ, ਕਿਉਂਕਿ ਲਗਾਤਾਰ ਤੁਹਾਡੇ ਅੰਦਰ ਦੋ ਪਰਸਨੈਲਿਟੀਆਂ, ਦੋ ਤਹਿਆਂ 'ਚ ਇੱਕ ਬੰਦਾ ਚੱਲ ਰਿਹਾ ਵਾ ਜੀ, ਤੇ ਕਦੀ ਉਹ ਸ਼ਾਇਰ ਹੈ ਤੇ ਕਦੀ ਉਹ ਡਾਕਟਰ ਜੀ। ਡਾਕਟਰੀ 'ਚ ਵੀ ਮੇਰਾ ਜਿਹੜਾ ਖਾਸ ਤੌਰ 'ਤੇ ਜਿਹੜਾ ਪੇਸ਼ਾ ਵਾ ਛੋਟੇ ਬੱਚਿਆਂ ਦੇ ਨਾਲ ਵਾਹ। ਜਦੋਂ ਮੈਂ ਮੰਨ ਲਓ ਬਹੁਤ ਧਿਆਨ ਨਾਲ ਇੱਕ ਬੱਚੇ ਦਾ ਇਲਾਜ ਬਾਰੇ ਕਰਨ ਬਾਰੇ ਸੋਚ ਰਿਹਾ, ਜਾਂ ਉਸ ਭੀੜ ਦੇ ਵਿੱਚ ਬੜੇ ਸੀਰੀਅਸ ਬੱਚੇ ਨੇ, ਉਸ ਵੇਲੇ ਜਿਹਨੂੰ ਕਵਿਤਾ ਮੇਰੇ ਮਨ ਮਸਤਕ ਦੇ ਉੱਤੇ ਦਸਤਕ ਦਿੰਦੀ ਆ
ਤੇ ਫਿਰ ਮੇਰੇ ਲਈ ਇਹ ਫੈਸਲਾ ਕਰਨਾ, ਉਸ ਵੇਲੇ ਮੈਂ ਦੁਬਿਧਾ 'ਚ ਹੁੰਨਾ ਕਿ ਮੈਂ ਇਸ ਵੇਲੇ ਮੈਂ ਕਵਿਤਾ ਲਿਖਾਂ 2-4 ਲਾਈਨਾਂ, ਜਾਂ ਮੈਂ ਬੱਚੇ ਨੂੰ, ਉਹਨੂੰ ਮਰੀਜ਼ ਨੂੰ ਵੇਖਾਂ। ਪਰ ਮੇਰਾ ਪਲੜਾ ਹਮੇਸ਼ਾ ਜਿਹੜਾ ਉਸ ਵੇਲੇ ਮੈਂ ਜੇ ਸੱਚ ਬੋਲਾਂ ਤੇ ਉਹ ਜ਼ਿੰਦਗੀ ਵੱਲ ਹੁੰਦਾ, ਬੱਚੇ ਵੱਲ ਹੁੰਦਾ। ਮੈਂ ਕਹਿੰਦਾ ਵੀ ਮੇਰੇ ਨਾਲੋਂ ਕਈ ਵੱਡੇ ਕਵੀ ਵੀ ਹੋ ਚੁੱਕੇ, ਪਰ ਇਹ ਜਿਹੜਾ ਇਸ ਵੇਲੇ ਲੋੜ ਇਹਨੂੰ ਮੇਰੀ ਜ਼ਿਆਦਾ ਇਹਨੂੰ ਆ। ਪਰ ਫਿਰ ਵੀ ਕਵਿਤਾ ਆਪਣੀ ਧੱਕੇ ਨਾਲ ਉਹ ਆਪਣਾ ਰਾਹ ਬਣਾਉਂਦੀ ਆ। ਕੁਝ ਮੈਂ ਜੋਟ ਡਾਊਨ ਕਰ ਲੈਂਦਾ, ਕੁਝ ਦਿਮਾਗ 'ਚ ਹੋ ਜਾਂਦਾ, ਕੁਝ ਮੈਂ ਉਸ ਵੇਲੇ ਥੋੜ੍ਹਾ ਪਰਾਂ ਹੋ ਕੇ ਕੁਝ ਲਾਈਨਾਂ ਲਿਖ ਲੈਂਦਾ, ਬਾਅਦ 'ਚ ਉਹਨੂੰ ਪੂਰਾ ਵੀ ਕਰ ਲੈਂਦਾ। ਪਰ ਇਹ ਦੋ ਮੇਰੇ ਨਾਲ ਚੱਲਦੀਆਂ ਨੇ। ਮੈਂ ਇਹਦੇ ਬਾਰੇ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਇੱਕ ਛੋਟੀ ਜਿਹੀ ਕਵਿਤਾ ਤੁਹਾਨੂੰ ਸੁਣਾਉਣਾ ਕਿ ਉਹ ਨਾ, ਇੱਕ ਮੈਂ ਸੋਚਦਾ ਵੀ ਮੇਰੀ ਜਿਹੜੀ ਕਲਮ ਆ, ਹਾਂਜੀ, ਉਹ ਸਪਲਿਟ ਆ, ਚੀਰੀ ਹੋਈ ਆ ਜੀ। ਮਤਲਬ ਇਹ ਬੰਦਾ ਜਿਹੜਾ ਤੁਹਾਡੇ ਸਾਹਮਣੇ ਇਹ ਵੇਲੇ ਬੈਠਾ, ਉਹ ਡਾਕਟਰ ਵੀ ਆ ਤੇ ਸ਼ਾਇਰ ਵੀ ਆ, ਤੇ ਉਹ ਕਿਹੜੀ ਚੀਜ਼ ਮੈਨੂੰ ਉਸ ਵੇਲੇ ਦੁਬਿਧਾ 'ਚ ਪਾਉਂਦੀ ਆ, ਉਹ ਇਸ ਕਵਿਤਾ ਤੋਂ ਮੇਰੇ ਕੋਲ ਜ਼ਿਆਦਾ ਕਲੀਅਰ ਹੋਏਗਾ। ਇਹ ਹੈ ਕਿ ਚੀਰੀ ਹੋਈ ਕਲਮ ਤੋਂ ਜੀ, ਕਈ ਬੰਦੇ ਨੇ ਇਸ ਬੰਦੇ ਦੇ ਅੰਦਰ, ਜੀ, ਕਈ ਬੰਦੇ ਨੇ ਇਸ ਬੰਦੇ ਦੇ ਅੰਦਰ, ਕਈ ਪਰਤਾਂ 'ਚ ਵੰਡਿਆ, ਕਈ ਹਿੱਸਿਆਂ 'ਚ ਖਿੰਡਿਆ, ਸ਼ਖਸ ਹਾਂ ਮੈਂ। ਵਾਹ। ਮੇਰੀ ਇੱਕ ਕਲਮ ਲਿਖਦੀ ਹੈ ਸੁਬਹ ਤੋਂ ਸ਼ਾਮ ਤੱਕ ਬਿਮਾਰ ਜ਼ਿੰਦਗੀ ਲਈ ਨੁਸਖੇ। ਮੇਰੀ ਇੱਕ ਕਲਮ ਲਿਖਦੀ ਹੈ ਸੁਬਹ ਤੋਂ ਸ਼ਾਮ ਤੱਕ ਬਿਮਾਰ ਜ਼ਿੰਦਗੀ ਲਈ ਨੁਸਖੇ। ਕਿਸੇ ਲਈ ਸ਼ਫਾ ਬਣਦੀ ਹੈ, ਕਿਸੇ ਲਈ ਮੌਤ ਦਾ ਪੈਗਾਮ। ਇਹ ਕਹਿੰਦੀ ਹੈ ਜੇ ਤੂੰ ਸੱਚਮੁੱਚ ਦਾ ਸਾਹ ਲੈਂਦਾ ਧੜਕਦਾ, ਇੱਕ ਵੀ ਜੀਵਨ ਬਚਾਉਂਦਾ ਏ, ਇਹ ਚੰਗਾ ਹੈ ਕਈ ਸ਼ੇਰਾਂ ਕਿਤਾਬਾਂ ਤੋਂ। ਵਾਹ ਵਾਹ, ਬਹੁਤ ਅੱਛਾ। ਇਹ ਚੰਗਾ ਹੈ ਕਈ ਸ਼ੇਰਾਂ ਕਿਤਾਬਾਂ ਤੋਂ, ਕੀ ਜਾਣੇ ਇਹੋ ਇੱਕ ਜੀਵਨ ਤੇਰੇ ਤੋਂ ਵੀ ਚੰਗੇਰੇ ਗੀਤ ਸਿਰਜੇ। ਵਾਹ। ਮੇਰੀ ਦੂਜੀ ਕਲਮ ਲਿਖਦੀ ਮੇਰੇ ਆਪਣੇ ਹੀ ਅੰਦਰ ਦੀ ਕਥਾ, ਜਿਹਦੇ ਵਿੱਚ ਬੜਾ ਕੁਝ ਆਲਾ ਦੁਆਲਾ ਰਲਿਆ ਹੁੰਦਾ ਹੈ। ਇਹ ਕਹਿੰਦੀ ਏ ਤੂੰ ਸ਼ਾਇਰ ਏ, ਤੂੰ ਛੱਡ ਬਾਕੀ ਖਿਲਾਰੇ, ਮੈਂ ਤੇਰੇ ਹੁਕਮ ਵਿੱਚ ਲਿਖਾਂਗੀ ਦਰਦ ਦੀ ਵਿਥਿਆ। ਵਾਹ। ਮੈਂ ਤੇਰੇ ਕਹਿਣ ਤੇ ਜੀਵਨ ਦਾ ਸੋਹਜ ਕੋਹਜ ਨੰਗਾ ਕਰਾਂਗੀ, ਜੀ, ਤੂੰ ਯੁੱਗ ਪਲਟਣ ਲਈ ਮੈਨੂੰ ਵਰਤ। ਵਾਹ। ਸਿਰਫ ਗਿਣਤੀ ਲਈ ਜੀਵਨ ਬਚਾਉਣਾ ਕੀ ਬਚਾਉਣਾ ਹੈ, ਸਿਰਫ ਗਿਣਤੀ ਲਈ ਜੀਵਨ ਬਚਾਉਣਾ ਕੀ ਬਚਾਉਣਾ ਹੈ, ਜੀਣ ਲਈ ਜੀਣ ਜੋਗੀ ਜ਼ਿੰਦਗੀ ਦਾ ਸੁਪਨਾ ਸਿਰਜ। ਵਾਹ। ਮੈਂ ਤੇਰੇ ਤੋਂ ਆਸ ਕਰਦੀ ਹਾਂ ਵਡੇਰੀ, ਇਹ ਮੇਰਾ ਕਰਜ਼ ਵਾਪਸ ਕਰ। ਮੈਂ ਚੀਰਿਆ ਗਿਆ ਹਾਂ ਆਪਣੇ ਹੀ ਵੱਖ-ਵੱਖ ਹਿੱਸਿਆਂ ਵਿੱਚ, ਕਦੀ ਪਹਿਲਾ ਕਦੀ ਦੂਜਾ ਮੇਰੇ ਲਈ ਫੈਸਲਾ ਲੈਂਦਾ। ਮੈਂ ਵੰਡਿਆ ਹੋਇਆ ਵੀ ਸਾਬਤ ਸਬੂਤਾ ਨਜ਼ਰ ਆਉਂਦਾ ਹਾਂ, ਜਿਹੜਾ ਹਿੱਸਾ ਤੁਹਾਡੇ ਮੇਚ ਆਵੇ ਉਹਦਾ ਵਿਸਥਾਰ ਹਾਂ ਮੈਂ। ਮੈਂ ਵੰਡਿਆ ਚੀਰਿਆ ਮਾਨਵ, ਮੰਡੀ ਵਿੱਚ ਆਪਣੇ ਅੰਦਰਲੇ ਵੱਖ-ਵੱਖ ਬੰਦਿਆਂ ਦਾ ਮੁੱਲ ਪਵਾਉਣਾ ਹਾਂ। ਮੈਂ ਵੰਡਿਆ ਚੀਰਿਆ ਮਾਨਵ। ਬਹੁਤ ਅੱਛਾ ਜੀ, ਬਹੁਤ ਅੱਛਾ। ਜਿਹੜੀ ਇਹ ਮਨੁੱਖੀ ਜ਼ਿੰਦਗੀ ਹੈਗੀ ਆ ਸਾਡੇ ਜਿਹੜੇ ਵਰਤਮਾਨ ਸਮਿਆਂ ਦੇ ਵਿੱਚ, ਕਿ ਮਨੁੱਖ ਜਿਹੜਾ ਹੈਗਾ ਉਹ ਕੇਵਲ ਜਿਹੜੀ ਕਲਮ ਹੈਗੀ ਆ ਉਹ ਚੀਰ ਕੇ ਦੋ ਹਿੱਸੇ ਨਹੀਂ ਹੋਏ ਹੈਗੇ, ਮਨੁੱਖ ਦੇ ਕਈ ਹਿੱਸੇ ਹੋਏ ਹੈਗੇ ਆ। ਸੋ ਇਹ ਜਿਹੜੀ ਤੁਹਾਡਾ ਐਕਸਪੀਰੀਅੰਸ ਹੈ, ਔਰ ਖਾਸ ਕਰਕੇ ਜਿਹੜੀ ਤੁਸੀਂ ਗੱਲ ਕਰਦੇ ਆ ਜ਼ਿੰਦਗੀ ਬਚਾਉਣ ਦੀ ਗੱਲ, ਜਦੋਂ ਤੁਸੀਂ ਕਰਦੇ ਆ, ਜਿੱਦਾਂ ਤੁਸੀਂ ਕਿਹਾ ਵੀ ਮੈਂ ਪਹਿਲ ਜਿਹੜੀ ਹੈਗੀ ਆ ਉਹ ਜ਼ਿੰਦਗੀ ਬਚਾਉਣ ਨੂੰ ਦਿੰਦਾ ਆ, ਕਿਉਂਕਿ ਤੁਹਾਡੀ ਜਿਹੜੀ ਥਿੰਕਿੰਗ ਹੈਗੀ ਆ, ਤੁਹਾਡੀ ਪਰਸੈਪਸ਼ਨ ਜਿਹੜੀ ਆ ਉਹ ਇਹ ਆ ਬਈ ਜੇ ਜ਼ਿੰਦਗੀ ਬਚ ਜਾਏਗੀ ਤੇ ਮੇਰੇ ਸ਼ੇਅਰ ਨਾ ਵੀ ਲਿਖੇ ਜਾਣਗੇ ਤਾਂ ਇਹ ਲਿਖ ਦੇਣਗੇ, ਸਾਡੇ ਤੋਂ ਵਧੀਆ ਕਰਨਗੇ, ਇਹ ਵਧੀਆ ਵੀ ਲਿਖ ਸਕਦੇ ਹੈਗੇ ਆ। ਸੋ ਡਾਕਟਰ ਸਾਹਿਬ ਇਹ ਬੜੀ ਖੂਬਸੂਰਤ ਤੁਹਾਡੀ ਨਜ਼ਮ ਹੈਗੀ ਆ, ਜਿਹਦੇ ਵਿੱਚ ਜਿਹੜਾ ਮਨੁੱਖ ਹੈਗਾ ਉਹਦੀ ਸ਼ਖਸੀਅਤ ਕਿਵੇਂ ਵੱਖਰੇ ਵੱਖਰੇ ਜਿਹੜੇ ਰਾਹ ਹੈਗੇ ਆ ਉਹਨਾਂ 'ਚ ਪਾਟ ਜਾਂਦੀ ਆ, ਫਿਰ ਪਾਟ ਵੀ ਜਾਂਦੀ ਆ, ਫਿਰ ਇਕੱਠੀ ਵੀ ਰਹਿੰਦੀ ਹੈਗੀ ਆ। ਸੋ ਇਹ ਬੜੀ ਖੂਬਸੂਰਤ ਨਜ਼ਮ ਹੈ ਜੀ। ਇੱਕ ਡਾਕਟਰ ਸਾਹਿਬ ਮੈਂ ਤੁਹਾਡੀ ਸ਼ਾਇਰੀ ਬਾਰੇ ਜਾਣਨਾ ਚਾਹੁੰਦਾ, ਖਾਸ ਕਰਕੇ ਤੁਹਾਡਾ ਵਿਚਾਰ ਇਸ ਬਾਰੇ ਕਿ ਤੁਸੀਂ ਤਾਂ ਨਹੀਂ ਕੁਛ ਵੀ ਕਹਿੰਦੇ, ਤੁਸੀਂ ਤਾਂ ਸਿਰਫ ਰਚਨਾ ਰਚਦੇ ਹੋ, ਪਰ ਸਾਡੇ ਬਹੁਤ ਸਾਰੇ ਜਿਹੜੇ ਸ਼ਾਇਰੀ ਨੂੰ ਸਮਝਣ ਵਾਲੇ ਪੰਜਾਬੀ ਸ਼ਾਇਰੀ ਦੇ ਕ੍ਰਿਟਿਕ ਵੀ ਨੇ, ਉਹ ਇਹ ਮਹਿਸੂਸ ਕਰਦੇ ਆ ਕਿ ਰਵਿੰਦਰ ਦੀ ਸ਼ਾਇਰੀ ਜਿਸ ਪੱਧਰ ਦੀ ਆ ਉਸ ਪੱਧਰ ਦੇ ਸ਼ਾਇਦ ਸਾਡੇ ਕੋਲ ਆਲੋਚਕ ਹੈ ਨਹੀਂਗੇ, ਕਿ ਰਵਿੰਦਰ ਦੀ ਸ਼ਾਇਰੀ ਦਾ ਉਹ ਮੁੱਲ ਨਹੀਂ ਪਾਇਆ ਜਾ ਸਕਿਆ ਜਿਹੜਾ ਉਹਦੀ ਸ਼ਾਇਰੀ ਵਿੱਚ ਹੈ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਉਹ ਮੈਂ ਇਹਨੂੰ ਇਸ ਤਰ੍ਹਾਂ ਸਮਝਦਾ ਕਿ ਮੈਨੂੰ ਇਹਦਾ ਕੋਈ ਗਿਲਾ ਨਹੀਂ ਪਹਿਲੇ ਨੰਬਰ 'ਤੇ ਜੀ, ਕਿ ਤੁਸੀਂ ਆਪਣੇ ਅੰਦਰਲੀ ਗੱਲ ਅਤੇ ਆਪਣੇ
ਤਾਸੁਰਾਤ ਜਿਹੜੇ ਆ ਉਹ ਪੇਸ਼ ਕਰਦੇ ਹੋ ਆਪਣੇ ਢੰਗ ਨਾਲ। ਤੇ ਕੋਈ ਦੁਨਿਆਵੀ ਜਿਹੜਾ ਇਨਾਮ ਸਨਮਾਨ ਜਾਂ ਮਾਨ ਸਨਮਾਨ ਜਾਂ ਮੁੱਲ ਜਿਹੜਾ ਉਹਦਾ ਕੋਈ ਫਰਕ ਨਹੀਂ ਪੈਂਦਾ। ਤੇ ਉਹ ਹਰ ਹੋਰ ਪੇਸ਼ੇ ਵਾਂਗ ਸਾਹਿਤ ਦੇ ਵਿੱਚ ਵੀ ਇੱਕ ਸਿਆਸਤ ਹੁੰਦੀ ਹੈ ਜੀ। ਉਹ ਸਿਆਸਤ ਜਿਹੜੀ ਉਹ ਜਿਵੇਂ ਉਰਦੂ ਦਾ ਇੱਕ ਸ਼ੇਰ ਹੈ ਕਿ ਮਨ ਤੇਰਾ ਮੁੱਲਾ ਬਗੋਇਮ ਤੂੰ ਮੇਰੇ ਖਾਦੀ ਹਾਜੀ ਬਗੋ, ਵੀ ਮੈਂ ਤੈਨੂੰ ਮੁੱਲਾ ਕਹਿ ਦਿੰਦਾ ਤੂੰ ਮੈਨੂੰ ਹਾਜੀ ਕਹਿ ਦੇ। ਜੀ ਜੀ ਹਾਂਜੀ, ਉਹ ਇਸ ਤਰ੍ਹਾਂ ਕਰਕੇ ਆਪਾਂ ਇੱਕ ਦੂਜੇ ਨੂੰ ਵਡਿਆਉਣ ਦੇ ਕਈ ਉੱਥੇ ਵੀ ਇੱਦਾਂ ਤੰਤਰ ਚਰਚਿਤ ਹੋਣ ਦੇ ਜ਼ਰੀਏ ਤੇ ਹੋਰ ਕਈ ਕੁਝ ਬਣਿਆ। ਇਨਾਮ ਲੈਣ ਦੇ ਵੀ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਆ। ਮੈਂ ਉਹਨਾਂ 'ਚ ਯਕੀਨ ਨਹੀਂ ਕਰਦਾ ਕਿਉਂਕਿ ਉਹ ਤੁਹਾਨੂੰ ਤੁਹਾਡੀ ਆਪਣੇ ਆਪ 'ਚ ਆਪਣੀਆਂ ਨਜ਼ਰਾਂ 'ਚ ਡੇਗ ਦਿੰਦੇ ਆ। ਜੇ ਮੈਂ ਕੁਛ ਇਹੋ ਜਿਹਾ ਤੰਤਰ ਕਰਕੇ ਕੁਛ ਲੈ ਵੀ ਲਵਾਂ ਤੇ ਮੈਨੂੰ ਤਾਂ ਪਤਾ ਨਾ ਕਿ ਮੈਂ ਕਿੱਦਾਂ ਕੀਤਾ, ਕਿਸੇ ਹੋਰ ਨੂੰ ਭਾਵੇਂ ਨਾ ਪਤਾ, ਮੈਂ ਸ਼ੀਸ਼ੇ ਸਾਹਮਣੇ ਆਪ ਕਿਵੇਂ ਮਤਲਬ ਆਪਣਾ ਚਿਹਰਾ ਦਿਖਾ ਸਕਾਂਗਾ। ਤੇ ਸੋ ਮੈਨੂੰ ਉਹਦੇ ਕੋਈ ਨਹੀਂ, ਫਿਰ ਵੀ ਇੰਨਾ ਵੀ ਮੇਰਾ ਅਣਗੌਲਿਆ ਨਹੀਂ ਹੈਗਾ। ਮੈਨੂੰ ਜਿੰਨਾ ਕੁ ਮੈਨੂੰ ਲੱਗਦਾ ਕਿ ਮੈਨੂੰ ਪੜ੍ਹਨ ਵਾਲੇ ਸਮਝਣ ਵਾਲੇ, ਤੇ ਮੈਂ ਜਾਣਬੁੱਝ ਕੇ ਕਦੀ ਆਪਣੀ ਕਵਿਤਾ ਦੇ ਵਿੱਚ ਔਖੇ ਸ਼ਬਦ ਜਾਂ ਜਟਿਲਤਾ ਜਾਂ ਲਿਟਰੇਰੀ ਜਾਰਗਨ ਨਹੀਂ ਪਾਇਆ, ਤੇ ਨਾ ਹੀ ਉਹਨੂੰ ਮੈਂ ਸਮਝਣਾ ਵੀ ਇੰਨਾ ਹਲਕਾ ਕੀਤਾ ਵਾ ਕਿ ਜੇ ਉਹ ਹਰ ਬੰਦੇ ਤੱਕ ਜ਼ਰੂਰ ਪਹੁੰਚਣ ਵਾਲੀ। ਥੋੜ੍ਹਾ ਜਿਹਾ ਸਫ਼ਰ ਮੈਂ ਸਮਝਦਾ ਕਿ ਪਾਠਕ ਨੂੰ ਵੀ ਕਰਨਾ ਚਾਹੀਦਾ ਜੀ। ਤੇ ਬਾਕੀ ਜਿਹੜੇ ਤੁਸੀਂ ਉਹ ਪੁੱਛਿਆ ਕਿ ਮੈਂ ਕਹਿੰਦਾ ਵੀ ਮੇਰਾ ਇੱਕ ਸ਼ੇਰ ਹੈ ਇੱਕ ਗਜ਼ਲ ਦਾ ਵੀ ਤੂੰ ਜੋ ਸਮਝਿਆ ਮੇਰੇ ਦਰਦ ਨੂੰ ਇਹੋ ਸ਼ਾਇਰੀ ਦਾ ਇਨਾਮ ਹੈ। ਵਾਹ ਵਾਹ, ਕੀ ਬਾਤ ਹੈ ਜੀ। ਇਹ ਦੁਬਾਰਾ ਬੋਲੋ। ਤੂੰ ਜੋ ਸਮਝਿਆ ਮੇਰੇ ਦਰਦ ਨੂੰ ਇਹੋ ਸ਼ਾਇਰੀ ਦਾ ਇਨਾਮ ਹੈ। ਇਹ ਜੋ ਪੈਰਾਂ ਹੇਠ ਹੈ ਰੁਲ ਰਿਹਾ ਕਿਸੇ ਬਾਦਸ਼ਾਹ ਦਾ ਖਿਤਾਬ ਹੈ। ਵਾਹ ਬਈ ਵਾਹ, ਕੀ ਬਾਤ। ਜੋ ਪੈਰਾਂ ਹੇਠ ਹੈ ਰੁਲ ਰਿਹਾ ਤੇ ਕਿਸੇ ਬਾਦਸ਼ਾਹ ਦਾ ਖਿਤਾਬ। ਬਹੁਤ ਅੱਛਾ ਡਾਕਟਰ ਸਾਹਿਬ। ਤੇ ਦੇਖੋ ਗੱਲ ਇੱਦਾਂ ਆ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਤੁਹਾਨੂੰ ਤਾਂ ਕੋਈ ਗਿਲਾ ਨਹੀਂ ਹੈ, ਪਰ ਜਿਹੜੇ ਕਵਿਤਾ ਦੇ ਪ੍ਰਸ਼ੰਸਕ ਆ ਉਹਨਾਂ ਨੂੰ ਗਿਲਾ ਹੈਗਾ ਕਿ ਰਵਿੰਦਰ ਨਾਲੋਂ ਮਤਲਬ ਜਿਹੜੇ ਘੱਟ ਸ਼ਾਇਰੀ ਜਿਨ੍ਹਾਂ ਕੋਲ ਹੈਗੀ ਆ ਉਹਨਾਂ ਦਾ ਮੁੱਲ ਪੈ ਗਿਆ। ਇਹ ਤੁਹਾਡਾ ਵਡੱਪਣ ਆ ਕਿ ਤੁਸੀਂ ਆਪਣੀ ਸ਼ਾਇਰੀ 'ਚ ਆਪਣੀ ਲਿਖਤ 'ਚ ਯਕੀਨ ਰੱਖਦੇ ਹੋ, ਤੁਸੀਂ ਤਿਗੜਮਬਾਜ਼ੀਆਂ ਦੇ ਵਿੱਚ ਯਕੀਨ ਨਹੀਂ ਰੱਖਦੇ। ਪਰ ਹੁਣ ਇਹ ਆ ਵੀ ਦੇਖੋ ਇਹਦੇ ਵਿੱਚ ਜਿਹੜਾ 2017 ਦੇ ਵਿੱਚ ਤੁਹਾਨੂੰ ਸ਼੍ਰੋਮਣੀ ਕਵੀ ਦਾ ਅਵਾਰਡ ਮਿਲਿਆ ਹੈਗਾ, ਇਹਦੇ ਵਿੱਚ ਤੁਹਾਨੂੰ ਮਹਿਸੂਸ ਹੁੰਦਾ ਹੋਏਗਾ ਵੀ ਕਿਹੜੀ ਚੀਜ਼ ਹੈ ਉਹ ਜਿਹਦੇ ਕਰਕੇ ਤੁਹਾਨੂੰ ਇਨਾਮ ਮਿਲਿਆ ਹੈਗਾ? ਹਾਂਜੀ, ਬਸ ਮੈਂ ਉਹਦੇ ਲਈ ਕੋਈ ਵੀ ਪਹੁੰਚ ਨਹੀਂ ਕੀਤੀ, ਪਰ ਮੈਂ ਇਹ ਸਮਝਦਾ ਵਾਂ ਕਿ ਕੁਛ ਨਾ ਕੁਛ ਬੰਦੇ ਹੋਣਗੇ ਜਿਨ੍ਹਾਂ ਨੇ ਉਹਨੂੰ ਮੁੱਲ, ਜਿਵੇਂ ਮੇਰੀ ਆਪਣੀ ਉਡੀਕ ਵਿੱਚ ਜਿਹੜਾ ਮੋਹਨ ਸਿੰਘ ਮਾਹਰ ਇਨਾਮ ਸ਼ੁਰੂ ਹੋਇਆ ਸੀ, ਸਭ ਤੋਂ ਪਹਿਲਾਂ ਮੇਰੀ ਕਿਤਾਬ ਨੂੰ ਮਿਲਿਆ ਹੈ। ਤੇ ਮੈਂ ਮੇਰੀ ਕਿਤਾਬ ਵੀ ਉੱਥੇ ਨਹੀਂ ਸੀ ਹੈਗੀ, ਮੈਨੂੰ ਕਿਸੇ ਮਿੱਤਰ ਨੇ ਦੱਸਿਆ ਵੀ ਤੇਰੀ ਕਿਤਾਬ ਚੁਣੀ ਗਈ, ਤੇ ਮੈਨੂੰ ਉਸ ਗੱਲ ਦੀ ਸੋ ਖੁਸ਼ੀ ਹੁੰਦੀ ਕਿ ਬਿਨਾਂ ਕਿਸੇ ਨੂੰ ਕਿਤਾਬ ਭੇਜਣ ਤੋਂ ਬਗੈਰ ਵੀ ਜੇ ਤੁਹਾਨੂੰ ਉਹ ਕੋਈ ਬਾਕੀ ਮੇਰੇ ਉੱਪਰ ਵੀ ਥੋੜ੍ਹਾ ਬਹੁਤਾ ਕੰਮ ਹੋ ਰਿਹਾ। ਇੱਕ ਦੋ ਬੱਚੇ ਯੂਨੀਵਰਸਿਟੀਆਂ ਦੇ PhD ਇੱਕ ਕਰ ਰਹੀ ਹੈ ਕੁੜੀ, ਇੱਕ ਨੇ MPhil ਕੀਤੀ ਹੈ, ਮਤਲਬ ਉਸ ਰਿਸਰਚ ਦੇ ਵਿੱਚ ਮੇਰੀ ਪੋਇਟਰੀ ਦਾ ਵੀ ਚੱਲ ਰਿਹਾ। ਦੋ ਤਿੰਨ ਜਿਵੇਂ ਜੋਗਿੰਦਰ ਕੈਰੋਂ ਨੇ ਇੱਕ ਸੰਪਾਦਨਾ ਕੀਤੀ ਹੈ ਮੇਰੀ ਇਹਦੇ ਬਾਰੇ, ਇੱਕ ਡਾਕਟਰ ਰਣਜੀਤ ਸਿੰਘ ਰੰਗੀਲਾ, ਬੜੇ ਹੀ ਉਹ ਵੱਡੇ ਵਿਦਵਾਨ ਲਿੰਗੁਇਸਟਿਕਸ ਦੇ ਇੰਟਰਨੈਸ਼ਨਲ ਫੇਮ ਦੇ, ਉਹਨਾਂ ਪਹਿਲੀ ਵਾਰੀ ਕਿਸੇ ਪੰਜਾਬੀ ਵਿੱਚ ਕਵਿਤਾ ਦਾ ਜਿਹੜਾ ਮੁਲਾਂਕਣ ਪਾਇਆ। ਉਹ ਆ ਜਿਹੜੀ ਕਿਤਾਬ ਆ ਕਾਵਿ ਵੈਦਿਆ, ਇਹਦੇ ਵਿੱਚ ਉਹਨਾਂ ਮੇਰੀਆਂ ਹੀ ਕੁਛ ਕਵਿਤਾਵਾਂ ਲੈ ਕੇ ਤੇ ਇੱਕ ਪੂਰੀ ਲਿੰਗੁਇਸਟਿਕਸ ਦੇ ਲੈਵਲ 'ਤੇ ਪੁਰਾਣੇ ਰਿਸ਼ੀਆਂ ਮੁਨੀਆਂ ਨਾਲ ਜੋੜ ਕੇ ਬੜੀ ਵਧੀਆ ਪਹਿਲੀ ਵਾਰੀ ਇਹ ਕਿਤਾਬ ਉਹਨਾਂ ਲਿਖੀ। ਤੇ ਇਸ ਤਰ੍ਹਾਂ ਮੈਨੂੰ ਵੀ ਮਤਲਬ ਪਛਾਣਨ ਵਾਲੇ ਪਛਾਣਦੇ ਆ। ਮੈਂ ਡਾਕਟਰ ਰਣਜੀਤ ਸਿੰਘ ਰੰਗੀਲੇ ਹੋਰਾਂ ਦੇ ਜਿਹੜੇ ਆ ਸਾਡੇ ਉਹ ਜਿਹੜੇ ਯੂਨੀਵਰਸਿਟੀ ਦੇ ਪ੍ਰੋਗਰਾਮ ਲੱਗਦੇ ਸੀਗੇ ਉਹਨਾਂ ਦੇ ਵਿੱਚ ਆਉਂਦੇ ਰਹੇ ਆ, ਸਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਔਰ ਇਹ ਮੈਂ ਸਮਝਣਾ ਵੀ ਜੇ ਰਣਜੀਤ ਸਿੰਘ ਰੰਗੀਲਾ ਰਵਿੰਦਰ ਦੀ ਸ਼ਾਇਰੀ ਦੇ ਉੱਤੇ ਇੱਕ ਪੁਸਤਕ ਲਿਖਦੇ ਆ ਤਾਂ ਇਹ ਰਵਿੰਦਰ ਦੀ ਕੋਈ ਬਹੁਤ ਵੱਡੀ ਪ੍ਰਾਪਤੀ ਗਿਣੀ ਜਾ ਸਕਦੀ ਆ, ਕਿਉਂਕਿ ਰੰਗੀਲਾ ਸਾਹਿਬ ਜਿਹੜੇ ਆ ਉਹ ਭਾਸ਼ਾ ਵਿਗਿਆਨੀ ਸੀਗੇ, ਤੇ ਜਿਹੜੇ ਭਾਸ਼ਾ ਵਿਗਿਆਨੀ ਆ ਨਾ ਉਹ ਕਵਿਤਾ ਵਾਲੇ ਪਾਸੇ ਨਹੀਂ ਆਉਂਦੇ, ਮਤਲਬ ਕਵਿਤਾ ਦੀ ਨਾ ਪੜ੍ਹਦੇ ਨਾ ਕੋਈ ਉਹਨਾਂ ਦੀ ਉਹ ਗੱਲ ਕਰਦੇ ਹੈਗੇ ਆ। ਜੇ ਰਵਿੰਦਰ ਦੀ ਸ਼ਾਇਰੀ ਨੇ ਰੰਗੀਲੇ ਵਰਗੇ ਭਾਸ਼ਾ ਵਿਗਿਆਨੀ ਨੂੰ ਪ੍ਰਭਾਵਿਤ ਕੀਤਾ ਆ ਤਾਂ ਮੈਂ ਇਹ ਸਮਝਣਾ ਆ ਕਿ ਇਹ ਰਵਿੰਦਰ ਦੀ ਸ਼ਾਇਰੀ ਦੀ ਜਾਨ ਹੈਗੀ ਆ, ਕਿਉਂਕਿ ਮੈਨੂੰ ਰੰਗੀਲੇ ਹੋਣਾ ਬਾਰੇ ਪਤਾ ਆ ਕਿ ਉਹ
ਕਿਸੇ ਦਾ ਲਿਹਾਜ਼ ਕਰਨ ਵਾਲੇ ਨਹੀਂ ਸੀਗੇ, ਔਰ ਉਹ ਬਲੰਗ ਬੰਦੇ ਔਰ ਉਹ ਪੋਇਟਿਕ ਵੀ ਨਹੀਂ ਸੀਗੇ। ਉਹ ਉਹਨਾਂ ਕੋਲ ਗਿਆਨ ਇੰਨਾ ਸੀਗਾ ਕਿ ਉਹ ਮਤਲਬ ਅਸੀਂ ਕਲਾਸ 'ਚ ਵੀ ਦੇਖਦੇ ਸੀਗੇ ਕਿ ਉਹ ਕਿਸੇ ਨੂੰ ਮਤਲਬ ਚੰਗਾ ਜਾਂ ਮਾੜਾ ਨਹੀਂ ਸਮਝਦੇ ਸੀਗੇ। ਉਹ ਜਿਹੜੀ ਕੋਈ ਗੱਲ ਹੁੰਦੀ ਸੀਗੀ, ਕੋਈ ਸਵਾਲ ਹੁੰਦਾ ਸੀਗਾ, ਉਹਦੇ ਜਵਾਬ 'ਚ ਉਹ ਦੇਖਦੇ ਸੀਗੇ ਵੀ ਇਹ ਬੰਦਾ ਕੀ ਆ। ਸੋ ਇਹ ਮੈਂ ਕਹਿੰਦਾ ਜੀ ਬੜੀ ਵੱਡੀ ਪ੍ਰਾਪਤੀ ਆ। ਔਰ ਜੇ ਤੁਹਾਨੂੰ ਮੈਂ ਨਿੱਜੀ ਤੌਰ 'ਤੇ ਪੁੱਛਾਂ ਵੀ ਤੁਹਾਨੂੰ ਇੱਕ ਸ਼੍ਰੋਮਣੀ ਕਵੀ ਦਾ ਅਵਾਰਡ ਮਿਲਿਆ, ਇੱਕ ਤੁਹਾਨੂੰ ਰੰਗੀਲੇ ਵਰਗੇ ਵੱਡੇ ਵਿਦਵਾਨ ਨੇ ਇੱਕ ਪੁਸਤਕ ਤੁਹਾਡੇ ਤੇ ਲਿਖੀ, ਇਹਨਾਂ 'ਚ ਤੁਸੀਂ ਕਿੱਦਾਂ ਦੇਖਦੇ ਹੋ? ਮੈਨੂੰ ਰੰਗੀਲਾ ਸਾਹਿਬ ਨੇ ਜਿਹੜੀ ਲਿਖੀ ਨਾ, ਮੈਨੂੰ ਬਹੁਤ ਜ਼ਿਆਦਾ ਉਹਦੇ ਲਈ ਵੱਡਾ ਲੱਗਦਾ। ਉਹ ਨਾਮ ਸ਼ਨਾਮ ਕੁਛ ਨਹੀਂ ਉਹਦੇ ਮੁਕਾਬਲੇ 'ਤੇ। ਮੈਂ ਇਹਦੇ ਵਿੱਚ ਆਪਣੇ ਵੀ ਵਿੱਚ ਲਿਖੇ ਸੀਗੇ ਕਿ ਜਿਹੜੇ ਸੰਗਤੀ ਸੰਵਾਦ ਦੀ ਇਹ ਵਿਧਾ ਹਰ ਨਵੀਂ ਗੱਲਬਾਤ ਲੋਕਾਂ ਲਈ ਹਜ਼ਮ ਕਰਨੀ ਸ਼ਾਇਦ ਸੌਖੀ ਨਾ ਹੋਵੇ ਅਤੇ ਕਈ ਚੁਟਕਲੇ ਮਜ਼ਾਕ ਵੀ ਕਹੇ ਜਾਣਗੇ, ਪਰ ਮੈਂ ਇਹਦੇ ਵਿੱਚ ਇਹ ਗੱਲ ਲਿਖੀ ਆ ਵੀ ਜਿਹੜੀ ਰੰਗੀਲਾ ਸਾਹਿਬ ਨੇ ਜਿਹੜੀ ਇੱਕ ਇਹਨੂੰ ਡਿਸਾਈਡ ਕੀਤਾ ਕਿ ਵੀ ਮੈਂ ਇਸ ਕਵਿਤਾ ਬਾਰੇ ਗੱਲ ਕਰਨੀ ਆ, ਮੇਰੇ ਲਈ ਬੜੀ ਵੱਡੇ ਮਾਣ ਵਾਲੀ ਗੱਲ, ਔਰ ਬੜੇ ਵੱਖਰੇ ਅੰਦਾਜ਼ 'ਚ ਉਹਨਾਂ ਨੇ ਉਹ ਕੀਤਾ ਹੈਗਾ। ਮੈਂ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਇਹ ਦੇਖੋ ਉੱਪਰ ਲਿਖਿਆ ਹੈਗਾ ਕਾਵ ਵੈਦਿਆ ਡਾਕਟਰ ਰਵਿੰਦਰ ਕਾਵ, ਕਿ ਰਵਿੰਦਰ ਹੋਰਾਂ ਦੀ ਜਿਹੜੀ ਕਵਿਤਾ ਆ ਨਾ ਉਹਦੇ ਬਾਰੇ ਲਿਖਿਆ ਹੈਗਾ, ਔਰ ਲਿਖਣ ਵਾਲੇ ਹਨ ਰਣਜੀਤ ਸਿੰਘ ਰੰਗੀਲਾ। ਇਹ ਜਿਹੜੇ ਸਾਡੇ ਪੰਜਾਬੀ ਲਿਟਰੇਚਰ ਨਾਲ ਵਾਬਸਤਾ ਲੋਕ ਨੇ, ਉਹਨਾਂ ਨੂੰ ਇਹ ਪਤਾ ਆ ਕਿ ਇਹ ਕਿੱਡੇ ਵੱਡੇ ਵਿਦਵਾਨ ਸਨ, ਔਰ ਮੈਸੂਰ ਕਾਫੀ ਦੇਰ ਇਹਨਾਂ ਨੇ ਕੰਮ ਕੀਤਾ ਹੈਗਾ। ਔਰ ਇਹਨਾਂ ਬਾਰੇ ਡਾਕਟਰ ਰਵਿੰਦਰ ਹੋਰਾਂ ਬਾਰੇ ਡਾਕਟਰ ਜੋਗਿੰਦਰ ਕਿਆਰੋਂ ਹੋਰਾਂ ਨੇ ਵੀ ਲਿਖਿਆ ਹੈਗਾ। ਪ੍ਰੋਫੈਸਰ ਅਤੈ ਸਿੰਘ ਪੋਇਟਰੀ ਨੂੰ ਬਹੁਤ ਸਮਝਣ ਵਾਲੇ ਨੇ, ਉਹਨਾਂ ਨੇ ਵੀ ਇਹਨਾਂ ਦੀ ਪੋਇਟਰੀ ਬਾਰੇ ਲਿਖਿਆ ਹੈਗਾ। ਔਰ ਇਹਨਾਂ ਦੀ ਪੋਇਟਰੀ ਦੀ ਜਿਹੜੀ ਗੱਲ ਹੈਗੀ ਆ ਉਹ ਲਿਖਤਾਂ ਦੇ ਵਿੱਚ ਵੀ ਹੁੰਦੀ ਹੈਗੀ ਆ, ਔਰ ਜਿਹੜੀਆਂ ਮਹਿਫਲਾਂ ਹੁੰਦੀਆਂ ਹੈਗੀਆਂ ਉਹ ਡਾਕਟਰ ਸਾਹਿਬ ਲਿਖਤਾਂ ਜਿਹੜੀਆਂ ਹੁੰਦੀਆਂ ਨਾ ਆਲੋਚਨਾ, ਮਤਲਬ ਜਿਹੜੀ ਫਾਰਮਲ ਆਲੋਚਨਾ ਹੁੰਦੀ ਆ, ਉਹਦੇ ਨਾਲੋਂ ਵੀ ਵੱਡੀ ਗੱਲ ਹੁੰਦੀ ਆ, ਜਿੱਥੇ ਦੋ ਤਿੰਨ ਦੋਸਤ ਮਿੱਤਰ ਬਹਿ ਕੇ ਗੱਲ ਕਰਦੇ ਨੇ। ਸੋ ਤੁਸੀਂ ਕੋਈ ਛੋਟੀ ਜਿਹੀ ਨਜ਼ਮ ਸੁਣਾਓ। ਹੁਣ ਬਹੁਤੀਆਂ ਗੱਲਾਂ ਕਰੀਏ ਤਾਂ ਫਿਰ ਨਾ ਨਜ਼ਮ ਜਿਹੜੀ ਆ ਉਹ ਪਿੱਛੇ ਰਹਿ ਜਾਂਦੀ ਆ। ਸੋ ਮੈਂ ਆਪਣੀ ਨਵੀਂ ਕਿਤਾਬ 'ਚੋਂ ਨਾ ਇੱਕ ਬਹੁਤ ਵਾਰੀ ਪੁੱਛਿਆ ਜਾਂਦਾ ਨਾ ਵੀ ਤੁਸੀਂ ਕਵਿਤਾ ਕਿਉਂ ਲਿਖਦੇ ਹੋ ਜੀ, ਅਤੇ ਉਹ ਮੈਂ ਇੱਕ ਮੇਰੀ ਨਜ਼ਮ ਆ, ਇਸ ਕਿਤਾਬ ਦਾ ਸਿਰਲੇਖ ਵੀ ਆ, ਉਹ ਅੰਦਰ ਖੁੱਲ੍ਹਦੀ ਖਿੜਕੀ ਜੀ। ਇਸ ਲਈ ਨਹੀਂ ਲਿਖਦਾ ਮੈਂ ਕਵਿਤਾ, ਇਸ ਲਈ ਨਹੀਂ ਲਿਖਦਾ ਮੈਂ ਕਵਿਤਾ, ਇਹਦੇ ਨਾਲ ਆਏਗਾ ਕੋਈ ਵੱਡਾ ਬਦਲਾਅ, ਕਿਸੇ ਦਾ ਦੁੱਖ ਘਟੇਗਾ, ਕਿਸੇ ਨੂੰ ਜੀਣ ਦਾ ਰਾਹ ਦਿਸੇਗਾ, ਕਿਸੇ ਲਈ ਰੋਸ਼ਨੀ ਦੀ ਰਿਸ਼ਮ ਵੀ ਨਹੀਂ ਮੇਰੀ ਕਵਿਤਾ। ਕਵਿਤਾ ਮੈਂ ਲਿਖਦਾ ਹਾਂ ਇਸ ਲਈ ਮੈਨੂੰ ਆਪਣੇ ਆਪ ਆਪਣੇ ਕੋਲ ਜਾਣ ਦਾ, ਆਪਣੇ ਨੇੜੇ ਬਹਿਣ ਦਾ, ਆਪਣੀ ਗੱਲ ਆਪ ਸੁਣਨ ਦਾ, ਆਪਣੇ ਨਾਲ ਗੱਲਾਂ ਕਰਨ ਦਾ ਹੌਸਲਾ ਮਿਲੇ ਜੀ। ਕਿਸੇ ਹੋਰ ਦੀ ਲੋੜ, ਕਿਸੇ ਗਵਾਹੀ ਸਬੂਤ ਤੋਂ ਬਿਨਾਂ ਆਪਣੇ ਸੱਚ 'ਤੇ ਯਕੀਨ ਆ ਜਾਵੇ। ਕਵਿਤਾ ਮੈਂ ਤਾਂ ਲਿਖਦਾ ਹਾਂ ਮੈਨੂੰ ਜਾਚ ਆਵੇ ਹਰ ਉਸ ਚੀਜ਼ ਤੋਂ ਵੱਖ ਹੋ ਕੇ ਰਹਿਣ ਦੀ ਜੋ ਆਮ ਤੌਰ 'ਤੇ ਜੋੜੀ ਰੱਖਦੀ ਹੈ ਆਪਣੇ ਆਪ ਤੋਂ ਸਿਵਾ ਹੋਰ ਹਰ ਕਿਸੇ ਨਾਲ। ਕਵਿਤਾ ਮੈਂ ਲਿਖਦਾ ਹਾਂ ਕਿ ਆਖਰੀ ਸਫ਼ਰ 'ਤੇ ਤੁਰਨ ਤੋਂ ਡਰ ਘਟ ਜਾਵੇ, ਆਪਣੇ ਪਿੱਛੋਂ ਦੁਨੀਆ ਨੂੰ ਵਸਦੀ ਰਸਦੀ ਰਹਿਣ ਦੀ ਅਸੀਸ ਦੇਣ ਦੀ ਜਾਚ ਆ ਜਾਵੇ। ਅੰਦਰ ਨੂੰ ਖੁੱਲ੍ਹਣ ਵਾਲੀ ਖਿੜਕੀ ਬਣਨਾ ਚਾਹੁੰਦਾ ਹਾਂ ਮੈਂ, ਇਸ ਲਈ ਲਿਖਦਾ ਹਾਂ ਕਵਿਤਾ। ਬਹੁਤ ਵਧੀਆ ਡਾਕਟਰ ਸਾਹਿਬ, ਅਤੇ ਅਸੀਂ ਹੁਣ ਇੱਕ ਬ੍ਰੇਕ ਲੈਂਦੇ ਹਾਂ ਜੀ। ਅਤੇ ਪਿਆਰੇ ਦਰਸ਼ਕੋ, ਅਸੀਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਡਾਕਟਰ ਰਵਿੰਦਰ ਹੋਰਾਂ ਨਾਲ ਇਸੇ ਤਰ੍ਹਾਂ ਹੀ ਗੱਲਾਂ ਜਾਰੀ ਰੱਖਾਂਗੇ। ਉਹਨਾਂ ਦੀ ਸ਼ਾਇਰੀ ਦੀਆਂ, ਪੰਜਾਬੀ ਸ਼ਾਇਰੀ ਦੀਆਂ, ਪੰਜਾਬੀ ਗਾਇਕੀ ਦੀਆਂ, ਜੋ ਵੀ ਸਾਡਾ ਅੱਜ ਵਰਤਮਾਨ ਦੇ ਵਿੱਚ ਵਾਪਰ ਰਿਹਾ ਹੈਗਾ ਸ਼ਾਇਰੀ ਨਾਲ। ਸੋ ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਗਏ ਤੇ ਹੁਣੇ ਹੀ ਆਏ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰੰਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 905 677 0889 ਤੇ ਕਾਲ ਕਰੋ। ਜੀ ਹਾਂ, 9056770888
9889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਅਸੀਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਤੁਹਾਡੀ ਕਚਹਿਰੀ ਵਿੱਚ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸਾਂ ਡਾਕਟਰ ਰਵਿੰਦਰ ਹੋਰਾਂ ਦੀ ਸ਼ਾਇਰੀ ਬਾਰੇ, ਤੇ ਹੁਣ ਵੀ ਉਹਨਾਂ ਦੀ ਸ਼ਾਇਰੀ ਬਾਰੇ ਤੇ ਪੰਜਾਬੀ ਸ਼ਾਇਰੀ ਬਾਰੇ, ਹੋਰ ਜਿਹੜੇ ਪੰਜਾਬੀ ਸ਼ਾਇਰੀ ਦੇ ਮਸਲੇ ਹਨ ਉਹਨਾਂ ਬਾਰੇ ਗੱਲਾਂ ਜਾਰੀ ਰੱਖਾਂਗੇ। ਇਸ ਤੋਂ ਪਹਿਲਾਂ ਕਿ ਮੈਂ ਰਵਿੰਦਰ ਜੀ ਨੂੰ ਕੋਈ ਰਿਕੁਐਸਟ ਕਰਾਂ, ਮੈਂ ਰਵਿੰਦਰ ਹੋਰਾਂ ਦੀਆਂ ਕੁਝ ਪੁਸਤਕਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇਹ ਹੈ ਟਾਈਟਲ ਨਦੀ ਪੌਣ ਖੁਸ਼ਬੂ। ਇਹ ਬਹੁਤ ਖੂਬਸੂਰਤ ਸ਼ਾਇਰੀ ਵਾਲੀ ਕਿਤਾਬ ਹੈ ਇਹਨਾਂ ਦੀ ਪੁਸਤਕ ਮੇਰੇ ਲਈ ਨਾ ਰੁਕੋ। ਇਹਦੇ ਲਈ ਤੁਸੀਂ ਇਹਨਾਂ ਦੇ ਟਾਈਟਲ ਦੇਖੋ, ਔਰ ਜਿਹੜੀ ਪ੍ਰਿੰਟਿੰਗ ਹੈ ਉਹ ਤਾਂ ਤੁਸੀਂ ਦੇਖ ਨਹੀਂ ਸਕਦੇ, ਇਹ ਤਾਂ ਅਸੀਂ ਦੇਖੀ ਹੈਗੀ ਆ। ਸਾਰੀਆਂ ਚੀਜ਼ਾਂ ਉਨੀਆਂ ਹੀ ਖੂਬਸੂਰਤ ਨੇ ਜਿੰਨੀਆਂ ਇਹਨਾਂ ਦੀਆਂ ਨਜ਼ਮਾਂ ਖੂਬਸੂਰਤ ਨੇ। ਚਿਹਰਾ ਚਿਹਰਾ ਮੈਂ, ਇਹ ਦੇਖੋ ਡਾਕਟਰ ਰਵਿੰਦਰ ਹੋਰਾਂ ਦੇ ਸਕੈਚ ਵੀ ਜਿਹੜੇ ਆ ਚਿਹਰੇ ਦੇ ਉਹ ਬਣੇ ਹੈਗੇ ਆ ਕਿ ਇਹਨਾਂ ਦੇ ਕਿੰਨੇ ਚਿਹਰੇ ਹੈਗੇ ਆ, ਕਿ ਇਹ ਕਿਹੜੇ ਕਿਹੜੇ ਚਿਹਰੇ ਦੇ ਵਿੱਚ ਵਿਚਰਦੇ ਆ। ਔਰ ਅੰਦਰ ਖੁੱਲ੍ਹਦੀ ਖਿੜਕੀ, ਇਹ ਜਿਹੜੀ ਨਜ਼ਮ ਵੀ ਤੁਸੀਂ ਸੁਣੀ ਹੈਗੀ ਆ ਉਹ ਇਹਦੇ ਵਿੱਚ ਇਸ ਪੁਸਤਕ ਵਿੱਚ ਹੈ। ਔਰ ਉਹ ਦੇਖੋ ਕਿਤਾਬ ਦਾ ਨਾਂ ਦੇਖੋ ਕਿੰਨਾ ਖੂਬਸੂਰਤ ਆ, ਬੰਸਰੀ ਉਦਾਸ ਹੈ। ਤੇ ਇਹ ਜਿਹੜੀ ਬੰਸਰੀ ਉਦਾਸ ਹੈ ਨਾ ਜੀ, ਇਹ ਹਿੰਦੀ ਦੇ ਵਿੱਚ ਵੀ ਟਰਾਂਸਲੇਟ ਹੋਈ ਹੈਗੀ ਆ, ਬਾਂਸੁਰੀ ਕਿਆ ਗੀਤ ਗਾਏ। ਇਹਦੇ ਨਾਲ ਨਾਲ ਜਿਹੜਾ ਨਾਟਕ ਹੈ ਡਾਕਟਰ ਸਾਹਿਬ ਦਾ, ਕਿਸ ਦਰ ਦਸਤਕ ਦੇਈਏ। ਸੋ ਇਹ ਡਾਕਟਰ ਵੀ ਹਨ, ਸ਼ਾਇਰ ਵੀ ਹਨ ਤੇ ਨਾਟਕਕਾਰ ਵੀ ਹਨ, ਤੇ ਸ਼ਾਇਦ ਵਾਰਤਕਕਾਰ ਵੀ ਉਨੇ ਹੀ ਵਧੀਆ ਹੈਗੇ ਆ। ਇਹ ਮੈਗਜ਼ੀਨ ਵੀ ਸੰਪਾਦਨਾ ਕਰਦੇ ਆ ਰਹੇ ਨੇ। ਸੋ ਇਹ ਇਹਨਾਂ ਦੀ ਜ਼ਿੰਦਗੀ ਦੇ ਵੱਖਰੇ ਵੱਖਰੇ ਪੱਖ ਨੇ। ਸੋ ਡਾਕਟਰ ਸਾਹਿਬ ਮੈਂ ਚਾਹਾਂਗਾ ਤੁਸੀਂ ਇੱਕ ਅੱਧੀ ਨਜ਼ਮ ਪਹਿਲਾਂ ਸੁਣਾਓ ਤੇ ਫਿਰ ਉਹ ਤੋਂ ਅੱਗੇ ਗੱਲ ਕਰੀਏ। ਹਾਂਜੀ, ਮੈਂ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਅਕਸਰ ਕਹਿੰਦੇ ਹਾਂ ਕਿ ਮੁਹੱਬਤ ਦੀ ਕਵਿਤਾ ਦੇ ਵਿੱਚ ਜੀ ਸਿਰਫ ਇੱਕ ਸਰੀਰ ਜਾਂ ਸੋਚ ਹੀ ਹੈਗੀ ਆ ਜੀ, ਮੈਂ ਇਹਨੂੰ ਇੱਕ ਵੱਖਰੇ ਢੰਗ ਨਾਲ ਲਿਆ ਕਿ ਪਿਆਰ, ਜਿਵੇਂ ਤੁਸੀਂ ਪਬਲੋ ਨੇਰੂਦਾ ਦੀ ਜ਼ਿਕਰ ਕੀਤਾ, ਹੋਰ ਵੀ ਮਤਲਬ ਲਵ ਪੋਇਮ ਮੁਹੱਬਤ ਦੀ ਕਵਿਤਾ ਤੋਂ ਕਿਸੇ ਵੀ ਉਮਰ 'ਚ ਤੇ ਕਿਸੇ ਵੀ ਸ਼ਾਇਰ ਨੇ ਉਹਦੇ ਤੋਂ ਪਾਸਾ ਨਹੀਂ ਵੱਟਿਆ, ਕਿਉਂਕਿ ਮਤਲਬ ਕਿਸੇ ਦਾ ਵੀ ਤੁਸੀਂ ਨਾਂ ਲਓਗੇ ਇਹ ਕੇਵਲ ਜਿਨਸੀ ਸੰਬੰਧਾਂ ਦੀ ਕਵਿਤਾ ਨਹੀਂ ਹੁੰਦੀ। ਹਾਂ, ਇਹ ਨਹੀਂ, ਹਾਂ ਬਿਲਕੁਲ। ਮੈਂ ਉਹ ਕਵਿਤਾ ਤੁਹਾਨੂੰ ਸੁਣਾਵਾਂਗਾ ਜੀ। ਇੱਕ ਕਵਿਤਾ ਦਾ ਨਾਂ ਹੈਗਾ ਇਨਕਲਾਬ। ਮੈਂ ਲਾਲ ਪੈਨ ਨਾਲ ਤੇਰਾ ਨਾਂ ਲਿਖਾਂਗਾ ਜੀ, ਮੈਂ ਲਾਲ ਪੈਨ ਨਾਲ ਤੇਰਾ ਨਾਂ ਲਿਖਾਂਗਾ ਤੇ ਇਸ ਕਵਿਤਾ ਦਾ ਨਾਂ ਇਨਕਲਾਬ ਰੱਖਾਂਗਾ। ਵਾਹ। ਮੈਂ ਲਾਲ ਪੈਨ ਨਾਲ ਤੇਰਾ ਨਾਂ ਲਿਖਾਂਗਾ ਤੇ ਇਸ ਕਵਿਤਾ ਦਾ ਨਾਂ ਇਨਕਲਾਬ ਰੱਖਾਂਗਾ। ਉਂਝ ਇਹਦਾ ਨਾਂ ਮੁਹੱਬਤ ਵੀ ਹੋ ਸਕਦਾ ਸੀ ਜੀ, ਪਰ ਮੁਹੱਬਤ ਝੰਡਾ ਨਹੀਂ, ਨਾਰਾ ਨਹੀਂ, ਕਬਜ਼ਾ ਨਹੀਂ, ਦਾਵਾ ਨਹੀਂ। ਵਾਹ। ਕਿਸੇ ਤੋਂ ਕੁਝ ਖੋ ਕੇ ਕਿਸੇ ਨੂੰ ਦੇ ਦੇਣ ਦਾ ਨਾਂ ਵੀ ਨਹੀਂ। ਕਿਸੇ ਦਾ ਲਾਲ ਲਹੂ ਡੋਲ ਕੇ ਕਿਸੇ ਦਾ ਜ਼ਰਦ ਚਿਹਰਾ ਰੰਗਣਾ ਵੀ ਮੁਹੱਬਤ ਨਹੀਂ ਜੀ। ਮੁਹੱਬਤ ਤਾਂ ਕਿਸੇ ਇੱਕ ਲਈ ਹੋ ਕੇ ਵੀ ਹੌਲੀ ਹੌਲੀ ਸਭ ਨੂੰ ਪਿਆਰ ਕਰਨਾ ਸਿਖਾ ਦਿੰਦੀ। ਵਾਹ। ਮੁਹੱਬਤ ਤਾਂ ਕਿਸੇ ਇੱਕ ਲਈ ਹੋ ਕੇ ਵੀ ਹੌਲੀ ਹੌਲੀ ਸਭ ਨੂੰ ਪਿਆਰ ਕਰਨਾ ਸਿਖਾ ਦਿੰਦੀ। ਸਭ ਨੂੰ ਸਭ ਕੁਝ ਆਪਣਾ ਵੰਡੀ ਜਾਂਦੀ, ਆਪਣਾ ਆਪ ਖੋਰਦੀ ਭੋਰਦੀ ਵੀ, ਖਤਮ ਹੋਣ ਦੀ ਥਾਂ ਹੋਰ ਗਹਿਰੀ ਹੋਰ ਬੁਲੰਦ ਹੋਈ ਜਾਂਦੀ। ਨਫ਼ਰਤਾਂ ਨੂੰ ਅੰਦਰੋਂ ਬੁਹਾਰਦੀ, ਬੰਦੇ 'ਚ ਤਬਦੀਲੀ ਲਿਆਉਂਦੀ, ਕੁੱਲ ਦੁਨੀਆ ਦਾ ਦਰਦ ਆਪਣੀ ਬੁੱਕਲ 'ਚ ਲੁਕਾਉਂਦੀ। ਮੁਹੱਬਤ ਇੱਦਾਂ ਹੀ ਸਭ ਵਾਦਾਂ ਤੋਂ ਉੱਤੇ ਰਹਿ ਕੇ ਦੇਸ਼ ਖਿੱਤੇ ਰੰਗ ਭੇਦ ਨਸਲ ਕੌਮ ਧਰਮ ਦੀ ਵਲਗਣ ਟੱਪ ਕੇ ਦੁਸ਼ਮਣੀ ਨੂੰ ਖਤਮ ਕਰਦੀ, ਦਿਲਾਂ ਦੇ ਨੇੜੇ ਲਿਆਉਂਦੀ। ਮੁਹੱਬਤ ਦਰਅਸਲ ਇਨਕਲਾਬ ਹੀ ਹੁੰਦੀ, ਮੁਹੱਬਤ ਹੀ ਅਸਲ ਇਨਕਲਾਬ ਹੁੰਦੀ। ਬਹੁਤ ਖੂਬ ਡਾਕਟਰ ਸਾਹਿਬ, ਤੁਸੀਂ ਜਿਹੜੇ ਤੁਹਾਡੇ ਐਕਸਪੀਰੀਅੰਸ ਨੇ, ਤੁਹਾਡੀ ਇੱਕ ਬਹੁਤ ਮੈਂ ਦੇਰ ਪਹਿਲਾਂ ਨਜ਼ਮ ਸੁਣੀ ਸੀਗੀ ਕਿ ਜਿਹੜਾ ਹੁਣ ਇਹ ਕਾਰਪੋਰੇਟ ਜਗਤ ਆ ਗਿਆ ਹੈਗਾ ਜਿਹਦੇ 'ਚ ਪੈਸੇ ਧੇਲੇ ਦੀ ਵੈਲਿਊ ਹੋ ਗਈ ਆ,
ਉਹਦੇ 'ਚ ਤੁਹਾਡੀ ਇੱਕ ਨਜ਼ਮ ਸੀਗੀ ਕਿ ਇਸ ਕਿਸਮ ਦੀ ਆ, ਨਜ਼ਮ ਤਾਂ ਤੁਹਾਨੂੰ ਯਾਦ ਹੋਣੀ ਆ, ਮੈਂ ਤੁਹਾਨੂੰ ਦੱਸ ਦੇਣਾ ਕਿ ਬਈ ਮੈਂ ਜਦੋਂ ਸਟੈਂਥੋਸਕੋਪ ਨਾਲ ਦੇਖਦਾ ਹੈ, ਉਹ ਹੈ ਤੁਹਾਡੇ ਕੋਲ? ਹਾਂ, ਉਹ ਹੈ ਤਾਂ ਉਹ ਜ਼ਰੂਰ ਜੀ, ਉਹ ਪਹਿਲਾਂ ਉਹ ਸਾਂਝੀ ਕਰੋ ਜੀ, ਅੱਗੇ ਫੇਰ ਚੱਲਦੇ ਆ। ਉਹ ਅਸਲ 'ਚ ਉਹ ਕਵਿਤਾ ਸਿੰਬੋਲਿਕ ਥੋੜੀ ਹੈਗੀ ਆ ਕਿ ਸਾਡੇ ਗੁਰੂ ਸਾਹਿਬ ਨੇ ਬੇਦਾਵਾ ਲਿਖਿਆ, ਉਹਨਾਂ ਨੂੰ ਬੇਦਾਵਾ ਲਿਖ ਕੇ ਗਏ ਸੀ ਨਾ। ਹਾਂਜੀ। ਇਹ ਮਤਲਬ ਇੱਕ ਅਜਿਹੇ ਸ਼ਾਇਰ ਨੇ ਆਪਣੀ ਵਿਅਥਾ ਦੱਸੀ ਆ ਵੀ ਜਿਹਨੂੰ ਕਵਿਤਾ ਕੁਝ ਸਮੇਂ ਲਈ ਬੇਦਾਵਾ ਲਿਖ ਕੇ ਉਹਨੇ ਕਵਿਤਾ ਨੂੰ ਬੇਦਾਵਾ ਦੇ ਦਿੱਤਾ ਆਪਣੀ ਆਲੇ ਦੁਆਲੇ ਦੇ ਕਰਕੇ, ਆਪਣੇ ਪਦਾਰਥਕ ਲਾਭਾਂ ਕਰਕੇ, ਆਪਣੇ ਲਾਲਚ ਕਰਕੇ, ਆਪਣੇ ਕੰਮ ਕਰਕੇ ਕਵਿਤਾ ਤੋਂ ਦੂਰ ਹੋ ਗਿਆ ਜੀ। ਬਸ ਇਹਦੇ ਪ੍ਰਸੰਗ ਜੇ ਕਵਿਤਾ ਜਿਹੜੀ ਤੁਸੀਂ ਕਹਿ ਰਹੇ ਹੋ ਜੀ, ਮੇਰਾ ਵਿਸ਼ਵਾਸ ਹੈ ਤੂੰ ਆਏਂਗੀ ਜ਼ਰੂਰ ਮੇਰੇ ਕੋਲ ਕਦੀ ਨਾ ਕਦੀ ਮੇਰੀ ਕਵਿਤਾ ਜੀ। ਮੇਰਾ ਵਿਸ਼ਵਾਸ ਹੈ ਤੂੰ ਆਵੇਂਗੀ ਜ਼ਰੂਰ ਮੇਰੇ ਕੋਲ ਕਦੀ ਨਾ ਕਦੀ ਮੇਰੀ ਕਵਿਤਾ, ਤੂੰ ਕਿ ਜੋ ਤੁਰ ਗਈ ਹੈ ਬੜੀ ਦੂਰ ਮੇਰੇ ਰੁਝੇਵਿਆਂ ਤੋਂ ਉਕਤਾ ਕੇ, ਮੇਰੀ ਆਮ ਜਹੀ ਸਾਵੀਂ ਪੱਧਰੀ ਜ਼ਿੰਦਗੀ ਤੋਂ ਚਿੜ ਕੇ, ਮੇਰੇ ਘਰ ਦੀਆਂ ਫੈਲਦੀਆਂ ਕੰਧਾਂ ਤੇ ਦਿਲ ਦੇ ਦਿਨੋਂ ਦਿਨ ਤੰਗ ਹੁੰਦੇ ਵਿਹੜੇ ਤੋਂ ਘਬਰਾ ਕੇ, ਫਿਰ ਆਏਗੀ ਕਦੀ ਨਾ ਕਦੀ ਮੇਰੇ ਕੋਲ। ਤੂੰ ਮੇਰੇ ਕੋਲ ਹੁੰਦੀ ਸੀ ਜਦੋਂ ਕਿਸੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਲਗਾਤਾਰ ਇੱਕੋ ਗੀਤ ਦੀ ਕੋਈ ਸਤਰ ਇਤਨੀ ਮੁੱਦਤ ਬਾਅਦ ਮਿਲੇ ਹੋ ਸੁਣਦਿਆਂ ਸ਼ਾਮ ਪੈ ਜਾਂਦੀ ਸੀ। ਵਾਹ ਜੀ ਵਾਹ। ਤੂੰ ਮੇਰੇ ਕੋਲ ਹੁੰਦੀ ਸੀ ਜਦੋਂ ਕਿਸੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਲਗਾਤਾਰ ਇੱਕੋ ਗੀਤ ਦੀ ਕੋਈ ਸਤਰ ਇਤਨੀ ਮੁੱਦਤ ਬਾਅਦ ਮਿਲੇ ਹੋ ਸੁਣਦਿਆਂ ਸ਼ਾਮ ਪੈ ਜਾਂਦੀ ਸੀ। ਜਦੋਂ ਨਜ਼ਰਾਂ 'ਚੋਂ ਡਿੱਗ ਪੈਣਾ ਮਰਨ ਬਰਾਬਰ ਲੱਗਦਾ ਸੀ, ਤੂੰ ਮੇਰੇ ਕੋਲ ਹੁੰਦੀ ਸੀ ਜਦੋਂ ਮਲੰਗ ਯਾਰਾਂ ਨਾਲ ਅਵਾਰਾਗਰਦੀ ਕਰਦਿਆਂ ਸਾਰੀ ਸਾਰੀ ਰਾਤ ਸੜਕਾਂ ਦਾ ਇਤਿਹਾਸ ਬਣਦੇ ਸਾਂ। ਵਾਹ ਵਾਹ, ਬਹੁਤ ਅੱਛਾ। ਤੂੰ ਮੇਰੇ ਕੋਲ ਹੁੰਦੀ ਸੀ ਇੱਕ ਦੂਜੇ ਨੂੰ ਸੁਣਨ ਸੁਣਾਉਣ ਲਈ ਕੋਹਾਂ ਪੈਂਡਾ ਮਾਰਦੇ ਸਾਂ। ਸਟੇਜ ਤੇ ਬੈਠੀ ਸ਼ਤਾਬਦੀ ਦੀ ਪੱਗ ਇੱਕੋ ਤੁਣਕੇ ਨਾਲ ਉਡਾ ਦਿੰਦੇ ਸਾਂ। ਜਦੋਂ ਸੜਕਾਂ ਤੇ ਡੁੱਲੇ ਲਹੂ ਦੀ ਨਸਲ ਨਹੀਂ ਸਾਂ ਪੁੱਛਦੇ, ਜਦੋਂ ਲੱਗਦਾ ਸੀ ਕਵਿਤਾ ਸੱਚਮੁੱਚ ਹੀ ਯੁੱਗ ਬਦਲ ਸਕਦੀ ਹੈ, ਤੂੰ ਮੇਰੇ ਕੋਲ ਹੁੰਦੀ ਸੀ ਜੀ। ਤੂੰ ਮੇਰੇ ਕੋਲ ਹੁੰਦੀ ਸੀ ਕਵਿਤਾ, ਤੂੰ ਮੇਰੇ ਕੋਲ ਹੁੰਦੀ ਸੀ ਜਦੋਂ ਮੈਨੂੰ ਅਜੇ ਚੰਗੀ ਤਰ੍ਹਾਂ ਬੋਲਣ ਦੀ ਜਾਚ ਵੀ ਨਹੀਂ ਸੀ ਜੀ। ਆਪਣੀ ਗੱਲ ਕਹਿਣ ਲਈ ਦਲੀਲਾਂ ਉਦਾਹਰਣਾਂ ਦੀ ਲੋੜ ਨਹੀਂ ਸੀ। ਜਦੋਂ ਛਪੇ ਅੱਖਰ ਪਵਿੱਤਰ ਗ੍ਰੰਥਾਂ ਦੇ ਸ਼ਲੋਕਾਂ ਜਿਹੇ ਲੱਗਦੇ ਸਨ, ਸਾਹਿਤ 'ਚ ਸਿਆਸਤ ਦੇ ਘਚੋਲੇ ਦੀ ਵਾਕਫੀ ਨਹੀਂ ਸੀ। ਜਦੋਂ ਤੇਰੇ ਆਗਮਨ ਲਈ ਮੇਰੇ ਕੋਲ ਕਈ ਵਾਰ ਬੱਸ ਟਿਕਟ ਦੀ ਪਿੱਠ ਤੋਂ ਸਿਵਾ ਕੁਝ ਨਹੀਂ ਸੀ ਹੁੰਦਾ। ਜੈ ਜੀ ਵਾਹ। ਤੂੰ ਮੇਰੇ ਕੋਲ ਹੁੰਦੀ ਸੀ। ਤੂੰ ਉਧਲ ਕੇ ਗਈ ਹੁੰਦੀ ਤਾਂ ਗੱਲ ਕੋਈ ਹੋਰ ਹੁੰਦੀ। ਵਾਹ। ਮੈਂ ਤਾਂ ਖੁਦ ਤੇਰੇ ਤੋਂ ਬੇਮੁਖ ਹੋ ਗਿਆ ਸਾਂ। ਸ਼ਹਿਰ ਦੇ ਸਭਿਆ ਲੋਕਾਂ, ਵਿਸ਼ਵ ਵਿਦਿਆਲਿਆਂ ਦੇ ਵਿਦਵਾਨਾਂ ਦੀ ਬੋਲੀ ਸਿੱਖਦਿਆਂ ਮੈਂ ਆਪਣੇ ਸ਼ਬਦ ਗੁੰਮ ਕਰ ਬੈਠਾ ਸਾਂ ਜੀ। ਮੈਂ ਆਪਣੇ ਸ਼ਬਦ ਗੁੰਮ ਕਰ ਬੈਠਾ ਸਾਂ। ਮੈਂ ਕਾਰਾਂ, ਬੰਗਲੇ, ਸੋਫੇ, ਗਲੀਚੇ, ਪਰਦਿਆਂ ਵਿੱਚ ਉਲਝ ਕੇ ਪੁਰਾਣੇ ਘਰ ਦੀਆਂ ਕੰਧਾਂ, ਪਿੰਡ ਦੀ ਮਿੱਟੀ ਨੂੰ ਮਸ਼ਕਰੀ ਕਰਨ ਲੱਗਾ ਸਾਂ। ਮੈਂ ਕਾਰਾਂ, ਬੰਗਲੇ, ਸੋਫੇ, ਗਲੀਚੇ, ਪਰਦਿਆਂ ਵਿੱਚ ਉਲਝ ਕੇ ਪੁਰਾਣੇ ਘਰ ਦੀਆਂ ਕੰਧਾਂ, ਪਿੰਡ ਦੀ ਮਿੱਟੀ ਨੂੰ ਮਸ਼ਕਰੀ ਕਰਨ ਲੱਗਾ ਸਾਂ। ਬਿਮਾਰ ਹਿਰਦਿਆਂ ਦੀ ਲੁੱਭ ਡੁੱਬ ਸੁਣਨ ਵਾਲਾ ਮੇਰਾ ਸਟੈਥੋ ਉਹਨਾਂ ਦੀ ਜੇਬ ਦੇ ਨੋਟਾਂ ਦੀ ਖੜਖੜ ਸੁਣਨ ਜੋਗਾ ਰਹਿ ਗਿਆ ਸੀ। ਵਾਹ ਵਾਹ, ਬਹੁਤ ਅੱਛਾ। ਇਹ ਦੁਬਾਰਾ ਪੜ੍ਹਿਓ ਹਾਸਤਰ। ਬਿਮਾਰ ਹਿਰਦਿਆਂ ਦੀ ਲੁੱਭ ਡੁੱਬ ਸੁਣਨ ਵਾਲਾ ਮੇਰਾ ਸਟੈਥੋ ਜੀ ਉਹਨਾਂ ਦੇ ਜੇਬ ਦੇ ਨੋਟਾਂ ਦੀ ਖੜਖੜ ਸੁਣਨ ਜੋਗਾ ਰਹਿ ਗਿਆ ਸੀ। ਮੇਰੀ ਕਵਿਤਾ, ਮੈਂ ਤੈਨੂੰ ਹਰ ਜਗ੍ਹਾ ਡਿਗਰੀ ਬਣਾ ਕੇ ਇੰਜ ਵਰਤਣ ਲੱਗ ਪਿਆ ਸਾਂ ਜੋ ਬੁੱਢਾ ਪੈਨਸ਼ਨੀਆਂ ਕੋਈ ਦਫ਼ਤਰਾਂ ਵਿੱਚ ਆਪਣੀ ਖੂਬਸੂਰਤ ਧੀ ਨੂੰ ਨਾਲ ਨਾਲ ਲਈ ਤੋਰੇ ਫਿਰੇ। ਵਾਹ ਵਾਹ, ਬਹੁਤ ਅੱਛਾ। ਮੇਰੀ ਕਵਿਤਾ, ਮੈਂ ਤੈਨੂੰ ਹਰ ਜਗ੍ਹਾ ਡਿਗਰੀ ਬਣਾ ਕੇ ਇੰਜ ਵਰਤਣ ਲੱਗ ਪਿਆ ਸਾਂ ਜੋ ਬੁੱਢਾ ਪੈਨਸ਼ਨੀਆਂ ਕੋਈ ਦਫ਼ਤਰਾਂ ਵਿੱਚ ਆਪਣੀ ਖੂਬਸੂਰਤ ਧੀ ਨੂੰ ਨਾਲ ਨਾਲ ਤੋਰੀ ਫਿਰੇ। ਇਹ ਸਭ ਕੁਝ ਵੇਖ ਕੇ ਵੀ ਤੂੰ ਸ਼ਾਇਦ ਮੇਰੇ ਅੰਦਰ ਕਿਤੇ ਨੁਕਰੇ ਪਈ ਸਾਹ ਵਰੋਲਦੀ ਰਹਿੰਦੀ। ਪਰ ਹੁਣ ਕਿ ਜਦ ਗੁੰਗੇ ਦੀ ਗੱਲ ਉਹਦੀ ਮਾਂ ਨੂੰ ਵੀ ਸਮਝ ਆਉਣੋਂ ਹਟ ਗਈ ਸੀ, ਤੂੰ ਚੁੱਪਚਾਪ ਤੁਰ ਨਾ ਜਾਂਦੀ ਤਾਂ ਕੀ ਕਰਦੀ।
ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਕਵਿਤਾ, ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਕਵਿਤਾ, ਪਾੜ ਦੇ ਮੇਰਾ ਬੇਦਾਵਾ ਪਾੜ ਦੇ, ਮੇਰਾ ਸਿਰ ਆਪਣੇ ਪੈਰਾਂ ਤੋਂ ਚੁੱਕ ਕੇ ਆਪਣੀ ਗੋਦੀ 'ਚ ਰੱਖ ਲੈ, ਮੈਨੂੰ ਵਿਸ਼ਵਾਸ ਹੈ ਪੂਰਾ ਤੂੰ ਇੰਜ ਹੀ ਕਰੇਂਗੀ, ਮੈਨੂੰ ਵਿਸ਼ਵਾਸ ਹੈ ਪੂਰਾ ਤੂੰ ਇੰਜ ਹੀ ਕਰੇ। ਬਹੁਤ ਅੱਛਾ ਜੀ, ਬਹੁਤ ਖੂਬਸੂਰਤ ਕਵਿਤਾ ਆ। ਔਰ ਵਿਦਾਵੇ ਦੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਲਿਖੀ ਸੀਗੀ, ਉਹਦਾ ਇੱਕ ਸ਼ੇਰ ਸੀਗਾ ਕਿ ਤਾਰੀਖ ਫੇਰ ਦਿੰਦੀ ਲੀਕ ਉਹਨਾਂ ਸਭ ਨਾਵਾਂ ਤੇ, ਤਾਰੀਖ ਫੇਰ ਦਿੰਦੀ ਲੀਕ ਉਹਨਾਂ ਸਭ ਨਾਵਾਂ ਤੇ, ਤੁਰ ਜਾਂਦੇ ਜੇ ਉਹ ਲਿਖੇ ਹੋਏ ਵਿਦਾਵਿਆਂ ਦੇ ਨਾਲ। ਸੋ ਇਹ ਵਿਦਾਵਾ ਜਿਹੜਾ ਹੈਗਾ ਜੀ, ਮਤਲਬ ਤੁਸੀਂ ਬਹੁਤ ਵਧੀਆ ਕੰਟੈਕਸਟ ਦੇ ਵਿੱਚ ਵਰਤਿਆ ਹੈਗਾ। ਔਰ ਇਹਦੇ ਬਹੁਤ ਸਾਰੇ ਪਸਾਰ ਨੇ ਇਸ ਨਜ਼ਮ ਦੇ ਕਿ ਜਦੋਂ ਉਹ ਲੁਬ ਲੁਬ ਦੁਬ ਮਿਣਨ ਦੀ ਬਜਾਏ ਤੁਸੀਂ ਉਹ ਜਿਹੜਾ ਸਟੈਪ ਲਾ ਰਿਹਾ ਹੈਗਾ, ਪੈਸੇ ਗਿਣਦਾ ਹੈਗਾ, ਮਤਲਬ ਉਹ ਜਿਹੜਾ ਸਾਡਾ ਵਰਤਮਾਨ ਪਦਾਰਥਵਾਦੀ ਸਾਡਾ ਦ੍ਰਿਸ਼ਟੀਕੋਣ ਬਣ ਗਿਆ ਹੈਗਾ, ਤੇ ਉਹਦੇ ਕੋਲੋਂ ਡਰਨਾ ਹੀ ਸੀ ਕਵਿਤਾ ਨੇ। ਸੋ ਇਹ ਬਹੁਤ ਖੂਬਸੂਰਤੀ ਨਾਲ ਤੁਸੀਂ ਪੇਸ਼ ਕੀਤਾ ਹੈਗਾ। ਤੇ ਹੁਣ ਡਾਕਟਰ ਸਾਹਿਬ ਮੈਂ ਇਹ ਚਾਹਾਂਗਾ ਕਿ ਤੁਸੀਂ ਕੈਨੇਡਾ ਅੱਗੇ ਵੀ ਆਉਂਦੇ ਰਹਿੰਦੇ ਹੋ, ਹੁਣ ਵੀ ਮਤਲਬ ਕਾਫੀ ਤੁਹਾਡਾ ਇੱਥੇ ਦਖਲ ਹੈਗਾ। ਇੱਥੇ ਜਿਹੜਾ ਸਾਹਿਤ ਲਿਖਿਆ ਜਾ ਰਿਹਾ, ਖਾਸ ਕਰਕੇ ਜਿਹੜੀ ਪੋਇਟਰੀ ਹੈ, ਤੁਹਾਨੂੰ ਸੁਣਨ ਦਾ ਮੌਕਾ ਮਿਲਦਾ ਹੋਵੇਗਾ, ਉਹਦੇ ਬਾਰੇ ਤੁਹਾਡੀ ਕੁਛ ਰਾਏ ਬਣਦੀ ਆ? ਨਹੀਂ ਜੀ, ਮੇਰੀ ਵੈਸੇ ਰਾਏ ਹੁਣ ਅੱਜ ਦੀ ਪੋਇਟਰੀ ਬਾਰੇ ਤਾਂ ਬੜੀ ਹਾਂ ਪੱਖੀ ਵੈਸੇ ਬਣਦੀ ਆ, ਕਿਉਂਕਿ ਜਿਹੜੀ ਪਹਿਲੇ ਅੱਜ ਤੋਂ ਕੁਝ ਦਹਾਕੇ ਪਹਿਲਾਂ ਜਿਹੜੀ ਕਵਿਤਾ ਜਿਹੜੇ ਸਾਡੇ ਭਰਾ ਉੱਧਰੋਂ ਆਏ, ਭੈਣਾਂ ਉੱਧਰੋਂ ਆਈਆਂ, ਉਹਨਾਂ ਦੇ ਵਿੱਚ ਨਾ ਹੇਰਵੇ ਦੀ ਜਾਂ ਵਗੋਚੇ ਦੀ ਕਵਿਤਾ ਜਾਂ ਪਿੰਡ ਦੀਆਂ ਸਾਰੀਆਂ ਉਹਨਾਂ ਗੱਲਾਂ ਨੂੰ ਯਾਦ ਕਰ ਕਰਕੇ ਉੱਥੋਂ ਦੇ ਸੁਪਨਿਆਂ ਨਾਲ ਜੁੜੀ ਕਵਿਤਾ ਸੀ। ਪਰ ਅੱਜ ਜਿਹੜੀ ਸ਼ਾਇਰੀ ਇੱਥੇ ਰਚੀ ਜਾ ਰਹੀ ਆ, ਉਹ ਅਜੋਕੇ ਮਨੁੱਖ ਨਾਲ ਜੁੜਦੀ ਆ ਔਰ ਇੱਥੋਂ ਦੀਆਂ ਹਾਲਾਤਾਂ ਨੂੰ ਆਤਮਸਾਤ ਕਰਕੇ ਇੱਥੋਂ ਦੀ ਸੱਭਿਆਚਾਰ ਦੇ ਵਿੱਚ ਰਲੀ ਹੋਏ ਪੰਜਾਬੀ ਡਾਇਸਪੋਰਾ ਵਾ, ਉਹਦੀ ਪੇਸ਼ਕਾਰੀ ਕਰਦੀ ਆ। ਮੈਂ ਤਾਂ ਕਹਾਂਗਾ ਕਿ ਇੱਕ ਅੱਛਾ ਟ੍ਰੈਂਡ ਆ, ਤੇ ਕਈ ਸਤਹੀ ਤੌਰ ਤੇ ਵੀ ਬੰਦੇ ਲਿਖੀ ਜਾ ਰਹੇ ਨੇ, ਮਿਕਦਾਰ ਮਿਆਰ ਦਾ ਧਿਆਨ ਨਾ ਰੱਖਦੇ ਹੋਏ ਜਲਦੀ ਮਿਕਦਾਰ ਦੀ ਭਾਸ਼ਾ। ਇੱਕ ਗੱਲ ਜ਼ਰੂਰ ਮੈਂ ਇੱਕ ਜ਼ਿਕਰ ਕਰਨੀ ਚਾਹਾਂਗਾ ਕਿ ਸਾਡੇ ਜਿਹੜੇ ਵਿਦੇਸ਼ੀ ਲੇਖਕ, ਕਿਉਂਕਿ ਉਹ ਜਦੋਂ ਵਾਪਸ ਜਾਂਦੇ ਨੇ ਤਾਂ ਉਹ ਇੱਕ ਮਨ 'ਚ ਸੋਚ ਕੇ ਜਾਂਦੇ ਆ ਕਾਹਲੇ ਪੰਚ ਵੀ ਮੈਂ ਉੱਥੇ ਇੱਕ ਕਿਤਾਬ ਜਾਂ 2 ਕਿਤਾਬਾਂ ਜਾਂ 3 ਕਿਤਾਬਾਂ ਛਪਾ ਕੇ ਆਉਣੀਆਂ। ਅਤੇ ਉੱਥੇ ਸਾਡਾ ਪ੍ਰਕਾਸ਼ਨਾਂ ਦਾ ਵੀ ਅੱਜ ਕੱਲ੍ਹ ਇਹ ਹਾਲ ਆ ਕਿ ਤੁਸੀਂ ਪੈਸੇ ਦੇ ਦਿਓ, ਜੋ ਮਰਜ਼ੀ ਛਪਾ ਲਓ। ਤਾਂ ਉੱਥੇ ਉਹਦੇ ਵਿੱਚ ਥੋੜ੍ਹਾ ਪੇਤਲਾਪਨ ਆ ਜਾਂਦਾ ਕਿ ਹਰ ਕਵੀ ਜਾਂ ਲੇਖਕ ਕਾਹਲੀ 'ਚ ਜਦੋਂ ਆਪਣਾ ਕੰਮ ਕਰਨਾ ਚਾਹੁੰਦਾ, ਆਪਣਾ ਚਰਚਿਤ ਹੋਣਾ ਚਾਹੁੰਦਾ। ਇਸੇ ਤਰ੍ਹਾਂ ਹੀ ਇੱਥੇ ਜਿਹੜੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਵੱਖਰੇ ਵੱਖਰੇ ਬੰਦਿਆਂ ਵੱਲੋਂ, ਵੱਖਰੇ ਧੜਿਆਂ ਵੱਲੋਂ ਕਰਾਈਆਂ ਜਾਂਦੀਆਂ, ਉਹ ਉੱਥੇ ਕੁਛ ਬੰਦਿਆਂ ਨਾਲ ਉਹਨਾਂ ਦੀ ਸਾਂਝ ਹੁੰਦੀ ਆ, ਉਹਨਾਂ ਦੇ ਰਾਹੀਂ ਉਹ ਇੱਥੇ ਕਰਵਾ ਲੈਂਦੇ ਆ। ਔਰ ਉਹ ਪਤਾ ਨਹੀਂ ਕਿੰਨੀਆਂ ਕੁ ਵਿਸ਼ਵ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਨੇ, ਅਤੇ ਉਹਨਾਂ ਦਾ ਪ੍ਰਭਾਵ ਜਿਹੜਾ ਅੱਗੇ ਸ਼ੁਰੂ 'ਚ ਜਦੋਂ ਇਹ ਕਾਨਫਰੰਸਿਸ ਹੋਈਆਂ, ਉਹ ਪੇਤਲਾ ਹੋ ਰਿਹਾ। ਅਤੇ ਮੈਂ ਇਹ ਸਮਝਦਾ ਕਿ ਸਾਨੂੰ ਇੱਥੋਂ ਵਾਲੇ ਵੀ ਜਿਹੜੇ ਲੇਖਕਾਂ ਨੂੰ ਵੀ ਥੋੜ੍ਹਾ ਤਹੱਮਲ ਨਾਲ ਜਿਹੜੀ ਚੀਜ਼ ਤੋਂ ਆਪ ਮੁਤਮਈਨ ਹੋਣ, ਆਪਣੀ ਰਚਨਾ ਨੂੰ ਕੁਝ ਸਮੇਂ ਲਈ ਪਾਸੇ ਰੱਖ ਕੇ ਉਹਨੂੰ ਇੱਕ ਵਿਗਿਆਨਕ ਅਤੇ ਸਰਜੀਕਲ ਢੰਗ ਨਾਲ ਵੇਖ ਕੇ, ਓਬਜੈਕਟਿਵਲੀ ਵੇਖ ਕੇ ਵੀ ਇਹ ਕਿਸੇ ਦੀ ਰਚਨਾ ਮੈਂ ਜੇ ਪੜ੍ਹਦਾ ਹਾਂ ਤਾਂ ਮੈਨੂੰ ਕਿੱਦਾਂ ਦੀ ਲੱਗੇ। ਜੇ ਉਹ ਉਹਨਾਂ ਨੂੰ ਪਰਪੱਕ ਲੱਗੇ ਫਿਰ ਉਹਨੂੰ ਉਹ ਅੱਗੇ ਲੈ ਕੇ ਆਉਣ, ਅਤੇ ਸਿਰਫ ਗਿਣਤੀ ਵਧਾਉਣ ਲਈ ਨਾ ਕਰਨ। ਇਹਦੇ 'ਚੋਂ ਡਾਕਟਰ ਸਾਹਿਬ ਤੁਹਾਡੀਆਂ ਸੰਜੀਦਾ 2 ਗੱਲਾਂ ਜਿਹੜੀਆਂ, ਉਹ 'ਚੋਂ 2 ਗੱਲਾਂ ਨਿਕਲ ਆਈਆਂ। ਇੱਕ ਤਾਂ ਇਹ ਆ ਕਿ ਜਿਹੜੀ ਸ਼ਾਇਰੀ ਰਚੀ ਜਾ ਰਹੀ ਹੈਗੀ ਆ, ਭਈ ਹਰ ਇੱਕ ਬੰਦਾ ਜਿਹੜਾ ਬਈ ਜਿੱਦਾਂ ਕਹਿੰਦੇ ਵੀ ਹਰ ਇੱਕ ਮਿਰਜ਼ਾ ਬਣਿਆ ਫਿਰਦਾ, ਵੀ ਹਰ ਬੰਦਾ ਹੀ ਸ਼ਾਇਰ ਬਣਿਆ ਫਿਰਦਾ ਆ, ਕਿਸੇ ਨੂੰ ਕੋਈ ਲਿਖਣ ਤੋਂ ਰੋਕ ਨਹੀਂ ਸਕਦਾ। ਪਰ ਮੈਨੂੰ ਲੱਗਦਾ ਇਹ ਆ ਵੀ ਤੁਹਾਡੇ ਮਨ 'ਚ ਵੀ ਇਹ ਹੈਗਾ ਕਿ ਉਹਦਾ ਕੋਈ ਨਾ ਕੋਈ ਪੈਮਾਨਾ ਹੋਣਾ ਚਾਹੀਦਾ ਆ ਕਿ ਭਈ ਸ਼ਾਇਰੀ ਜਿਹੜੀ ਹੈਗੀ ਆ ਇਹ ਕੀ ਚੀਜ਼ ਹੈਗੀ ਆ। ਜਿੱਦਾਂ ਇੱਥੇ ਦੂਜੀਆਂ ਭਾਸ਼ਾਵਾਂ ਦੇ ਵਿੱਚ, ਅੰਗਰੇਜ਼ੀ ਵਗੈਰਾ ਦੇ ਵਿੱਚ ਨਾ ਬੋਰਡ ਬਣੇ ਹੈਗੇ ਆ, ਉਹਨਾਂ ਕੋਲ ਪਹਿਲਾਂ ਰਚਨਾ ਜਾਂਦੀ ਆ, ਉਹ ਫਿਰ ਪਾਸ ਕਰਦੇ ਆ ਵੀ ਇਹ ਰਚਨਾ ਪੜ੍ਹਨ ਯੋਗ, ਛਪਣ ਯੋਗ ਹੈਗੀ ਆ। ਤੇ ਸਾਡੇ ਤਾਂ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਇਹ ਬਦਕਿਸਮਤੀ ਆ, ਭਈ ਤੁਸੀਂ ਪੈਸੇ ਦਿਓ ਤੇ ਕਿਤਾਬ ਛਪਾ ਲਓ, ਤੇ ਉਹ ਕਿਤਾਬ ਭਾਵੇਂ ਕੋਈ ਪੜ੍ਹੇ ਭਾਵੇਂ ਨਾ ਪੜ੍ਹੇ, ਉਹਦੇ 'ਚ ਕੋਈ ਰਚਨਾ ਦਾ ਮਿਆਰ ਹੋਵੇ ਨਾ ਹੋਵੇ। ਸੋ ਇੱਕ ਤਾਂ ਤੁਸੀਂ ਇਹ, ਅੱਛਾ ਇਹਦੇ ਵਿੱਚੋਂ ਹੀ ਗੱਲ ਜਿਹੜੀ ਆ ਉਹ ਤੁਸੀਂ ਛੇੜ ਦਿੱਤੀ ਹੈਗੀ ਆ
ਵਿਸ਼ਵ ਪੰਜਾਬੀ ਕਾਨਫਰੰਸਾਂ ਦੀ। ਵਿਸ਼ਵ ਪੰਜਾਬੀ ਕਾਨਫਰੰਸਾਂ ਕਿਉਂਕਿ ਆਪਾਂ ਕੰਟੈਂਪਰੇਰੀ ਆ ਲਗਭਗ, ਹਾਂਜੀ 1980 ਦੇ ਵਿੱਚ ਜਿਹੜੀ ਨਾਮਧਾਰੀਆਂ ਨੇ ਕਰਾਈ ਸੀਗੀ ਥਾਈਲੈਂਡ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਕਰਾਈ ਗਈ ਸੀਗੀ, ਪਹਿਲੀਆਂ ਜਿਹੜੀਆਂ ਹੋਈਆਂ ਸੀਗੀਆਂ, ਜਾਂ ਦਿੱਲੀ ਦੇ ਵਿੱਚ ਕਰਾਈ ਗਈ ਸੀਗੀ। ਉਹਨਾਂ ਦੇ ਵਿੱਚ ਲੋਕ ਹੁੱਬ ਕੇ ਜਾਂਦੇ ਸੀਗੇ, ਦੇਖਦੇ ਸੀਗੇ, ਉਹਦੇ 'ਚ ਵਿਦਵਾਨ ਆਉਂਦੇ ਸੀਗੇ। ਪਰੰਤੂ ਹੁਣ ਜਿਹੜਾ ਇੱਕ ਵਰਤਾਰਾ ਇਦਾਂ ਦਾ ਚੱਲ ਪਿਆ ਭਈ ਉੱਥੇ ਜਾਓ ਤੇ ਉਹਨੂੰ ਸਪਾਂਸਰਸ਼ਿਪ ਦੇ ਆਓ, ਉਹਨਾਂ ਨੂੰ ਕਹੋ ਜੀ ਇੰਨੀ ਮੈਂਬਰਸ਼ਿਪ ਜਮ੍ਹਾਂ ਕਰਾਓ, ਯਾਨੀ ਉਹ ਜਿਹੜਾ ਤੁਸੀਂ ਪਹਿਲਾਂ ਵਰਤਿਆ ਸੀਗਾ ਫਾਰਸੀ ਦਾ ਸ਼ੇਰ, ਵੀ ਤੂੰ ਮੈਨੂੰ ਵੱਡਾ ਕਹਿ ਤੇ ਮੈਂ ਤੈਨੂੰ ਵੱਡਾ ਕਹਿੰਦਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਦੋਨੇ ਚੀਜ਼ਾਂ ਜਿਹੜੀਆਂ ਸ਼ਾਇਰੀ ਲਿਖਣੀ ਅੱਛੀ ਗੱਲ ਆ, ਪਰੰਤੂ ਉਹਨੂੰ ਛਪਾਉਣ ਲੱਗਿਆ ਜ਼ਰੂਰ ਕੋਈ ਉਹਦਾ ਪੈਮਾਨਾ ਚਾਹੀਦਾ। ਮੈਂ ਕਾਲੂ ਸਾਹਿਬ ਤੁਹਾਡੇ ਨਾਲ ਪੂਰਾ ਸਹਿਮਤ ਹਾਂ। ਮੈਂ ਕਈ ਜਿੱਥੇ ਵੀ ਫੋਰਮ ਤੇ ਮੈਨੂੰ ਮੌਕਾ ਮਿਲਦਾ ਨਾ, ਮੈਂ ਇਹ ਜ਼ਰੂਰ ਕਹਿੰਦਾ, ਜਿਹੜੀ ਬਹੁਤ ਇੱਕ ਗਿਲਾ ਵਾ ਨਾ ਜਿਹੜਾ ਕਿ ਪੰਜਾਬੀ ਕਵਿਤਾ ਸਮਝ ਨਹੀਂ ਆਉਂਦੀ ਯਾਰ ਕਿਹਨੂੰ। ਹੁਣ ਤੁਸੀਂ ਦੇਖੋ ਵੀ ਜੇ ਤੁਹਾਡੇ ਸਾਹਮਣੇ 100 ਕਿਤਾਬਾਂ ਪਈਆਂ ਹੋਣ, ਹਾਂਜੀ, ਉਹਨਾਂ ਵਿੱਚੋਂ ਕਿਹੜੀ 5 ਪੜ੍ਹਨ ਵਾਲੀਆਂ ਨੇ, ਉਹ ਤੁਸੀਂ ਕਿਵੇਂ ਚੋਣ ਕਰੋਗੇ, ਪਾਠਕ ਕਿਵੇਂ ਚੋਣ ਕਰੂਗਾ। ਤੇ ਜੇ ਉਹਦੀ ਬਦਕਿਸਮਤੀ ਨੂੰ ਉਹਦੇ ਹੱਥੋਂ ਕਿਤਾਬ ਆ ਗਈ ਜਿਹੜੀ ਕੱਚ ਘਰੜ ਜਿਹੀ ਹੋਈ, 1 ਜਾਂ 2 ਜਾਂ 3, ਤੇ ਉਹ ਕਹੋ ਯਾਰ ਇਹੋ ਉੱਦਾਂ ਦੀ ਕਵਿਤਾ ਹੁੰਦੀ ਹੈ। ਸੋ ਇਹ ਮਿਆਰ ਜਿਹੜਾ ਵਾ ਨਾ ਸਾਡੀ ਜਿਹੜੀਆਂ, ਮੇਰੀ ਇੱਕ ਬਹੁਤ ਹਰ ਤਾਂ ਮੈਂ ਕਹਿੰਦਾ ਕਿ ਜਿਹੜੀਆਂ ਸਾਡੀਆਂ 3 ਮੰਨੀਆਂ ਹੋਈਆਂ ਅਕੈਡਮੀਆਂ ਨੇ, ਜਿਵੇਂ ਸਾਹਿਤ ਅਕੈਡਮੀ ਦਿੱਲੀ ਵਾਲੀ, ਪੰਜਾਬੀ ਅਕੈਡਮੀ ਚੰਡੀਗੜ੍ਹ ਵਾਲੀ, ਕਲਾ ਪ੍ਰੀਸ਼ਦ ਦੇ ਨਾਲ ਜਿਹੜੀ ਜੁੜੀ ਆ, ਪੰਜਾਬੀ ਅਕੈਡਮੀ ਲੁਧਿਆਣੇ ਵਾਲੀ, ਜਾਂ ਕੁਝ ਹੋਰ ਸੰਸਥਾਵਾਂ, ਯੂਨੀਵਰਸਿਟੀਆਂ ਦੇ ਜਿਹੜੇ ਪੰਜਾਬੀ ਡਿਪਾਰਟਮੈਂਟ ਸੀ ਉਹਨਾਂ ਦੇ ਹੈਡਸ, ਉਹਨਾਂ ਦੀ ਇੱਕ ਕਮੇਟੀ ਹੋਏ, ਕਿਉਂਕਿ ਸਕਰੀਨਿੰਗ ਕਮੇਟੀ ਹੋਏ, ਛਾਨਣਾ ਇੱਕ ਲੱਗੇ ਤੇ ਉਸ ਮਿਆਰ ਤੇ ਜਿਹੜੀ ਕੋਈ ਹੋਏ ਉਹਨੂੰ ਛਾਪਿਆ ਜਾਏ। ਸਿੱਧੀ ਪ੍ਰਕਾਸ਼ਕ ਨੂੰ ਜਾ ਕੇ ਤੁਸੀਂ ਕਹੋ ਜੋ ਮਰਜ਼ੀ ਤੁਸੀਂ ਦੇ ਦਿਓ, ਉਹਨਾਂ ਛਾਪ ਕੇ ਤੁਹਾਡੇ ਕੋਲ ਪੈਸੇ ਲੈ ਕੇ 100 ਕਿਤਾਬ ਛਾਪ ਕੇ ਤੁਹਾਨੂੰ ਦੇ ਦੇਣੀ। ਉਹਦੇ ਲਈ ਪਾਠਕ ਲਈ ਬੜੀ ਦੁਬਿਧਾ ਹੋ ਜਾਂਦੀ ਹੈ ਵੀ ਉਹ ਕਿਵੇਂ ਉਹਦੇ ਵਿੱਚੋਂ ਚੁਣੇਗਾ। ਨਹੀਂ, ਉਹ ਬਿਲਕੁਲ ਸਹੀ ਗੱਲ ਹੈ ਜੀ। ਤੇ ਬਾਕੀ ਜਿਹੜੀ ਕਾਨਫਰੰਸਾਂ ਵਾਲੀ ਗੱਲ ਵੀ ਹੈਗੀ ਆ, ਦੇਖੋ ਪੰਜਾਬੀ ਲੈਂਗੁਏਜ ਲਈ ਯਤਨ ਕਰਨੇ, ਪੰਜਾਬੀ ਕਲਚਰ ਲਈ। ਤੁਹਾਡੀ ਗੱਲ ਵਿੱਚ ਹੈ, ਮਤਲਬ ਮੈਂ ਇੱਕ ਕਾਨਫਰੰਸ ਮੈਂ ਕਾਫੀ ਅਟੈਂਡ ਕੀਤੀਆਂ, ਮਿਲਵਾਕੀ ਵਾਲੀ ਵੀ, ਹੋਰ ਵੀ। ਸ਼ੁਰੂ 'ਚ ਤੇ ਉੱਥੇ ਇਲਜ਼ਾਮ ਲੱਗਦੇ ਰਹੇ ਕਬੂਤਰਬਾਜ਼ੀ ਦੇ। ਜੇ 500 ਬੰਦੇ ਗਏ ਆ, ਉਹਨਾਂ 'ਚੋਂ 50 ਲੇਖਕ ਜੈਨੂਅਨ ਹੋਣੇ ਆ, ਬਾਕੀ ਸਿਰਫ ਵੀਜ਼ਾ ਲਵਾਉਣ ਵਾਸਤੇ ਹੀ ਹੁੰਦੇ ਸੀ, ਤੇ ਜਿਹੜੇ ਫਿਰ ਗਾਇਬ ਵੀ ਹੋ ਜਾਂਦੇ ਸੀ। ਸੋ ਇਹੋ ਜਿਹੀਆਂ ਵੀ ਸਾਜ਼ਿਸ਼ਾਂ ਅੰਡਰ ਦੀ ਟੇਬਲ ਚੱਲਦੀਆਂ ਨੇ। ਬਿਲਕੁਲ ਜੀ। ਦੇਖੋ ਇਹ ਜੇ ਕੋਈ ਦਿਆਨਤਦਾਰੀ ਹੋਵੇ ਤਾਂ ਫੇਰ ਹੀ ਇਹਨਾਂ ਦੀ ਵੈਲਿਊ ਹੋਊਗੀ, ਨਹੀਂ ਤਾਂ ਫੇਰ ਇਹਨੂੰ ਇੱਕ ਜੇ ਵਪਾਰ ਵਾਂਗੂ ਹੀ ਵਰਤਿਆ ਜਾਏਗਾ, ਤੇ ਵਪਾਰ ਜਿਹੜਾ ਹੈਗਾ ਉਹ ਕਿਸੇ ਭਾਸ਼ਾ ਨੂੰ, ਕਿਸੇ ਸੱਭਿਆਚਾਰ ਨੂੰ ਪ੍ਰਫੁੱਲਤ ਨਹੀਂ ਕਰ ਸਕਦਾ। ਸੋ ਇਹ ਤੁਹਾਡੀ ਬੜੀ ਵਧੀਆ ਰਾਏ ਹੈਗੀ ਆ। ਔਰ ਹੁਣ ਅਸੀਂ ਆਉਂਦੇ ਹਾਂ ਜੀ ਕਿ ਤੁਸੀਂ ਜਿੱਦਾਂ ਦੱਸਿਆ ਸੀਗਾ ਵੀ ਤੁਸੀਂ ਛੋਟੇ ਹੁੰਦੇ ਗੁਰਦੁਆਰੇ 'ਚ ਗੀਤ ਵੀ ਗਾ ਲੈਂਦੇ ਸੀਗੇ, ਹੁਣ ਵੀ ਤੁਸੀਂ ਮਤਲਬ ਖੁੱਲ੍ਹੀ ਕਵਿਤਾ ਵੀ ਲਿਖਦੇ ਆ, ਗਜ਼ਲ ਵੀ ਲਿਖਦੇ ਆ। ਤੇ ਜਿਹੜਾ ਗਜ਼ਲ ਲਿਖ ਸਕਦਾ, ਜਿਹੜਾ ਖੁੱਲ੍ਹੀ ਕਵਿਤਾ ਉਹੀ ਲਿਖ ਸਕਦਾ ਜਿਹਨੂੰ ਮੀਟਰ ਦੀ ਸਮਝ ਹੈਗੀ ਆ। ਮੰਨ ਲਓ ਸਾਡੇ ਲੋਕੀ ਕਈ ਕਹਿੰਦੇ ਨੇ ਜੀ ਕਵਿਤਾ ਦਾ ਕੀ ਆ ਜੀ, ਮਤਲਬ ਤੁਸੀਂ ਜਿੱਦਾਂ ਮਰਜ਼ੀ, ਮਤਲਬ ਜਿਹੜਾ ਖੁੱਲ੍ਹੀ ਕਵਿਤਾ ਲਿਖਣ ਵਾਲਾ ਸ਼ਾਇਰ ਆ ਉਹਦੀ ਸ਼ਾਇਰੀ ਮਕਬੂਲ ਹੋਏਗੀ ਜਿਹਨੂੰ ਸ਼ਾਂਤਬੱਧ ਕਵਿਤਾ ਲਿਖਣੀ ਆਉਂਦੀ ਆ, ਜਿਹਨੂੰ ਗਜ਼ਲ ਲਿਖਣੀ ਆਉਂਦੀ ਆ, ਜਿਹਨੂੰ ਗੀਤ ਲਿਖਣਾ ਆਉਂਦਾ। ਹੁਣ ਸਾਡੀ ਜਿਹੜੀ ਗਾਇਕੀ ਹੈਗੀ ਆ ਉਹਦਾ ਬਹੁਤ ਪੱਧਰ ਨੀਵਾਂ ਚਲਾ ਗਿਆ ਹੈਗਾ। ਉਹਦੇ ਵਿੱਚ ਨਸ਼ਿਆਂ ਦੀ, ਹਥਿਆਰਾਂ ਦੀ, ਜੱਟਵਾਦ ਦੀ, ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਹੈਗੀਆਂ। ਸੋ ਇਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਜੀ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਪਹਿਲੇ ਨੰਬਰ 'ਤੇ ਜਿਹੜੀ ਖੁੱਲ੍ਹੀ ਕਵਿਤਾ ਨੂੰ ਆਪਾਂ ਕਹਿੰਦੇ ਹਾਂ ਨਾ, ਜੇ ਉਹ ਸਹੀ ਅਰਥਾਂ 'ਚ ਕਵਿਤਾ ਨਾ, ਤੇ ਇਹ ਨਹੀਂ ਕਿ ਵਾਰਤਕ ਦੇ ਅੱਗੇ ਪਿੱਛੇ ਅੱਖਰ ਕਰਕੇ ਤੇ ਕਵਿਤਾ ਬਣ ਜਾਏਗੀ। ਉਹਦੇ 'ਚ ਅੰਦਰੂਨੀ ਇੱਕ ਰਿਦਮ, ਇੱਕ ਲਿਰਿਸਿਜ਼ਮ ਹੁੰਦਾ ਉਸ ਕਵਿਤਾ। ਤੇ ਬਾਕੀ ਉਹ ਜਿਹੜੇ ਉਹਦਾ ਉਹਲੇ 'ਚ ਹੇਰਾਫੇਰੀਆਂ ਹੁੰਦੀਆਂ, ਉਹ ਵੱਖਰੀ ਗੱਲ ਆ। ਜਿਹੜੀ ਤੁਸੀਂ ਦੂਜਾ ਸਵਾਲ ਕੀਤਾ, ਉਹ ਮੈਂ ਸਮਝਦਾ ਕਿ ਜਿਹੜੀ ਜੇ ਆਪਣਾ ਉਹੀ ਪੰਜਾਬੀ ਕਿਸਾਨੀ ਦਾ ਆਪਾਂ ਦੇਖਿਆ ਕਿੱਡੇ ਵੱਡੇ ਮਤਲਬ ਮੋਰਚੇ 'ਚੋਂ ਆਪਾਂ ਸਾਰੇ ਵੇਖਿਆ। ਅੱਜ ਦੀ ਜਿਹੜਾ ਲੇਖਕ ਆ ਤੇ ਜਿਹੜਾ ਗਾਇਕ ਆ, ਉਹ ਜੇ ਲੋਕਾਂ ਦੀ ਨਬਜ਼ ਦੇ ਹੱਥ ਨਹੀਂ ਰੱਖੂਗਾ, ਜੋ ਸਾਡੀ ਤਰਾਸਦੀ ਆ, ਕਿਸਾਨ ਫਾਹੇ ਲੱਗਣ ਡਿਆ ਵਾ, ਕਿੰਨੀਆਂ ਸੁਸਾਈਡਸ ਹੋ ਰਹੀਆਂ, ਕਿੱਦਾਂ ਦੀ ਹਾਲਾਤ ਆ ਸਾਡੇ ਪੰਜਾਬ ਦੀ, ਦੇਸ਼ ਦੀ, ਉੱਥੇ ਅਸੀਂ ਇੱਕ ਆਪਣੀ ਹੀਰੋਇਜ਼ਮ ਨੂੰ ਇੱਦਾਂ ਕਰਦੇ ਹਾਂ ਬੇਮਤਲਬ, ਕਿ ਉਹਨਾਂ ਨੂੰ ਹਥਿਆਰ ਫੜਾਉਂਦੇ ਆ, ਹਥਿਆਰਾਂ ਦੀ ਉਹਦੇ ਸਿੱਟੇ ਅੱਜ ਅਸੀਂ ਵੇਖ ਰਹੇ ਹਾਂ ਜੀ, ਡਰੱਗਸ ਦੇ ਰੂਪ ਦੇ ਵਿੱਚ
ਔਰ ਵਾਇਲੈਂਸ ਦੇ ਰੂਪ ਦੇ ਵਿੱਚ ਔਰ ਇੱਕ ਦੂਜੇ ਨਾਲ ਬਦਲੇ ਲੈਣ ਦੇ ਬੜੇ ਖਤਰਨਾਕ ਨਤੀਜੇ ਅਸੀਂ ਉਹਦੇ ਵਿੱਚ ਸਾਡਾ ਕਵੀਆਂ ਦਾ ਇਹੋ ਜਿਹੇ ਕਵੀਆਂ ਦਾ ਤੇ ਗਾਇਕਾਂ ਦਾ ਬੜਾ ਵੱਡਾ ਰੋਲ ਆ। ਇਹਨਾਂ ਨੂੰ ਆਪਣੇ ਆਪ ਤੇ ਖੁਦ ਜ਼ਾਬਤਾ ਰੱਖਣਾ ਚਾਹੀਦਾ। ਇਹਦੇ ਬਾਰੇ ਮੈਂ ਇੱਕ ਛੋਟੀ, ਕਿਉਂਕਿ ਸਮਾਂ ਇੰਨਾ ਨਹੀਂ ਹੁੰਦਾ, ਕੋਈ ਗੱਲ ਨਹੀਂ, ਮੈਂ ਇੱਕ ਛੋਟੀ ਜਿਹੀ ਕੋਈ ਨਹੀਂ, ਗੱਲ ਇਰਸ਼ਾਦ ਤੁਹਾਨੂੰ ਸੁਣਾਓ। ਕਿ ਪਿਆਰੇ ਕਵੀਆ ਨਾ ਲਿਖਿਆ ਕਰ ਗੀਤ ਇਹ ਚਾਲੂ ਸਸਤੇ। ਠੀਕ ਹੈ। ਪਿਆਰੇ ਕਵੀਆ ਨਾ ਲਿਖਿਆ ਕਰ ਗੀਤ ਇਹ ਚਾਲੂ ਸਸਤੇ, ਚੋਂਦੇ ਚੋਂਦੇ ਤੇਰੀ ਸ਼ੋਹਰਤ ਦੌਲਤ ਲਈ ਜੋ ਮਸਫੁੱਟ ਗੱਭਰੂਆਂ ਹੱਥੀ ਮਾਰੂ ਹਥਿਆਰ ਫੜਾਉਂਦੇ, ਤਰੀਕ ਪੈਣ ਦੇ ਜੱਟ ਦੀ ਵਿੱਚ ਕਚਹਿਰੀ ਮੇਲੇ ਲਾਉਂਦੇ। ਵਾਹ ਵਾਹ। ਨਾ ਲਿਖਿਆ ਕਰ ਠੀਕ ਹੈ। ਨਾ ਲਿਖਿਆ ਕਰ ਗੀਤ ਚਾਲੂ ਸਸਤੇ, ਚੋਂਦੇ ਚੋਂਦੇ ਤੇਰੀ ਸ਼ੋਹਰਤ ਦੌਲਤ ਲਈ ਜੋ ਮਸਫਟ ਗੱਭਰੂਆਂ ਹੱਥੀ ਮਾਰੂ ਹਥਿਆਰ ਫੜਾਉਂਦੇ, ਤਰੀਕ ਪੈਣ ਦੇ ਜੱਟ ਦੀ ਵਿੱਚ ਕਚਹਿਰੀ ਮੇਲੇ ਲਾਉਂਦੇ। ਗਾਇਕ ਵੀਰਾ ਤੂੰ ਵੀ ਕਿਸੇ ਮਾਂ ਦਾ ਜਾਇਆ, ਕਿਸੇ ਭੈਣ ਦਾ ਵੀਰ, ਕਿਉਂ ਤੇਰੀ ਆਵਾਜ਼ ਦੇ ਕੰਨਾਂ ਨੂੰ ਚੀਰ। ਜੀ। ਕਿਉਂ ਤੇਰੀ ਆਵਾਜ਼ ਦੇ ਕੰਨਾਂ ਨੂੰ ਚੀਰ, ਲੰਡੀਆਂ ਜੀਪਾਂ ਵੈਲੀ ਯਾਰਾਂ ਦੇ ਤੂੰ ਸੋਹਲੇ ਗਾਵੇਂ। ਧੱਕੇ ਨਾਲ ਪਸੰਦ ਵਿਆਉਣ ਮਿੱਤਰਾਂ ਨੂੰ ਪੈਲੀ ਦਾ ਕਬਜ਼ਾ ਲੈਣ ਲਈ ਹਥਿਆਰ ਚੁਕਾਵੇਂ। ਕਿਸੇ ਜ਼ਾਤ ਦੀ ਸਰਦਾਰੀ ਦੇ ਗੀਤ ਸੁਣਾ ਕੇ ਨੋਟਾਂ ਦੀ ਬਾਰਿਸ਼ ਵਿੱਚ ਨਹਾਵੇਂ। ਵਾਹ। ਕਿਸੇ ਜ਼ਾਤ ਦੀ ਸਰਦਾਰੀ ਦੇ ਗੀਤ ਸੁਣਾ ਕੇ ਨੋਟਾਂ ਦੀ ਬਾਰਿਸ਼ ਵਿੱਚ ਨਹਾਵੇਂ। ਪਿੱਪਲਾਂ ਉੱਤੇ ਪੀਂਘਾਂ ਦੀ ਥਾਂ ਲਮਕਦੀਆਂ ਲਾਸ਼ਾਂ ਦੀ ਨਾ ਕੋਈ ਬੋਲੀ ਪਾਵੇਂ। ਵਾਹ। ਪਿੱਪਲਾਂ ਉੱਤੇ ਪੀਂਘਾਂ ਦੀ ਥਾਂ ਲਮਕਦੀਆਂ ਲਾਸ਼ਾਂ ਦੀ ਨਾ ਕੋਈ ਬੋਲੀ ਪਾਵੇਂ। ਕਦੀ ਕਦੀ ਫਰਮਾਇਸ਼ ਪੂਰੀ ਕਰਦਾ ਖੁਦ ਵੀ ਗੋਲੀ ਖਾਵੇਂ। ਵਾਹ। ਸ਼ਬਦ ਤਾਂ ਹੁੰਦੇ ਪਾਕ ਪਵਿੱਤਰ, ਸ਼ਬਦ ਤਾਂ ਹੁੰਦੇ ਪਾਕ ਪਵਿੱਤਰ, ਚਾਨਣ ਕਰਦੇ ਦਿਲ ਹਨੇਰੇ ਵਿੱਚ, ਮਨ ਦੀ ਮੈਲ ਧੋਣ ਲਈ ਇਹੋ ਤੀਰਥ ਹੁੰਦੇ। ਵਾਹ। ਸ਼ਬਦ ਤਾਂ ਹੁੰਦੇ ਪਾਕ ਪਵਿੱਤਰ, ਚਾਨਣ ਕਰਦੇ ਦਿਲ ਹਨੇਰੇ ਵਿੱਚ, ਮਨ ਦੀ ਮੈਲ ਧੋਣ ਲਈ ਇਹੋ ਤੀਰਥ ਹੁੰਦੇ। ਸੁਰ ਤੇ ਸਾਜ਼ ਆਵਾਜ਼ ਸੁਰੀਲੀ ਕੁਦਰਤ ਦਾ ਵਰਦਾਨ ਨੇ ਹੁੰਦੇ। ਜੀ ਜੀ। ਸੁਰ ਤੇ ਸਾਜ਼ ਆਵਾਜ਼ ਸੁਰੀਲੀ ਕੁਦਰਤ ਦਾ ਵਰਦਾਨ ਨੇ ਹੁੰਦੇ। ਫਿਜ਼ਾ 'ਚ ਅੰਮ੍ਰਿਤ ਘੋਲਣ ਰੂਹ ਨੂੰ ਪਾਕ ਪਵਿੱਤਰ ਕਰਦੇ। ਸ਼ਾਇਰ ਪਿਆਰੇ ਗਾਇਕ ਵੀਰੇ, ਦੋਵਾਂ ਨੂੰ ਸੰਬੋਧਿਤ ਜੀ ਜੀ। ਸ਼ਬਦਾਂ ਦੀ ਵੀ ਪਵਿੱਤਰਤਾ ਹੋਵੇ, ਬਿਲਕੁਲ, ਆਵਾਜ਼ ਦੇ ਵਿੱਚ ਵੀ ਜਿਹੜਾ ਭਗਤੀ ਹੋ। ਬਿਲਕੁਲ। ਗਾਇਕ ਸ਼ਾਇਰ ਪਿਆਰੇ ਗਾਇਕ ਵੀਰੇ, ਸ਼ਬਦ ਸੁਰਾਂ ਸੰਗੀਤ ਗਲੇ ਆਵਾਜ਼ ਤੋਂ ਪੇਸ਼ਾ ਨਾ ਕਰਵਾਵੀਂ। ਸ਼ਾਇਰ ਪਿਆਰੇ ਗਾਇਕ ਵੀਰੇ, ਸ਼ਬਦ ਸੁਰਾਂ ਸੰਗੀਤ ਗਲੇ ਆਵਾਜ਼ ਤੋਂ ਪੇਸ਼ਾ ਨਾ ਕਰਵਾਵੀਂ। ਮਾਨਵਤਾ ਲਈ ਪਿਆਰ ਮੁਹੱਬਤ ਖੁਸ਼ੀ ਆਨੰਦ ਦਾ ਰਾਹ ਵਿਖਾਵੀਂ। ਇਹਨਾਂ ਕੋਲੋਂ ਖੂਨ ਦੀ ਹੋਲੀ ਨਾ ਖੜਵਾਵੀਂ। ਬਹੁਤ ਅੱਛਾ, ਬਹੁਤ ਬਹੁਤ ਵਧੀਆ ਡਾਕਟਰ ਸਾਹਿਬ ਤੁਸੀਂ ਇਹ ਗੱਲ ਕੀਤੀ ਹੈਗੀ ਆ। ਔਰ ਜਿਹੜੀ ਤੁਸੀਂ ਸ਼ਾਇਰੀ ਦੀ ਗੱਲ ਕਰਦੇ ਆ ਜਿਹਦੇ ਵਿੱਚ ਕਣੀ ਆ ਨਾ, ਅੱਜ ਵੀ ਤੁਸੀਂ ਦੇਖੋ ਸ਼ਿਵ ਕੁਮਾਰ ਨੂੰ ਲੋਕ ਪੜ੍ਹਦੇ ਨੇ, ਡਾਕਟਰ ਜਗਤਾਰ ਨੂੰ ਪੜ੍ਹਦੇ ਨੇ, ਬਿਲਕੁਲ। ਜਿਹੜੇ ਸਾਡੇ ਕੰਟੈਂਪਰੇਰੀ ਸ਼ਾਇਰ ਨੇ ਜਾਂ ਜਿਹੜੇ ਚਲੇ ਗਏ ਨੇ, ਪਰਮਿੰਦਰਜੀਤ ਨੂੰ ਅਜੇ ਵੀ ਪੜ੍ਹਦੇ ਨੇ। ਬਿਲਕੁਲ। ਫਿਰ ਅੱਜ ਸਾਡੇ ਸੁਰਜੀਤ ਪਾਤਰ ਨੂੰ ਲੋਕ ਪੜ੍ਹਦੇ ਨੇ, ਦਰਸ਼ਨ ਬੁੱਟਰ ਨੂੰ ਪੜ੍ਹਦੇ ਨੇ। ਫਿਰ ਤੁਹਾਡਾ ਵੀ ਅਸੀਂ ਪ੍ਰਾਊਡਲੀ ਨਾਂ ਲੈ ਸਕਦੇ ਹਾਂ ਕਿ ਤੁਹਾਡੀ ਸ਼ਾਇਰੀ ਦੇ ਵਿੱਚ ਸ਼ਾਇਰੀ ਹੈ। ਸ਼ਾਇਰੀ ਦੇ ਵਿੱਚ ਸ਼ਾਇਰੀ ਸਾਰਿਆਂ ਦੇ ਨਹੀਂ ਹੈਗੀ। ਸੋ ਇਸ ਤਰੀਕੇ ਨਾਲ ਸਾਡੇ ਨਵੇਂ ਸ਼ਾਇਰ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਔਰ ਤੁਸੀਂ ਜਾਂਦੇ ਜਾਂਦੇ 1 ਮਿੰਟ ਦੇ ਵਿੱਚ ਕਿ ਪੰਜਾਬੀ ਸ਼ਾਇਰੀ ਦੇ ਭਵਿੱਖ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ ਕਾਲੂ ਸਾਹਿਬ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬੀ ਸ਼ਾਇਰੀ ਦਾ ਜਿਹੜਾ ਭਵਿੱਖ ਆ ਉਹ ਬਹੁਤ ਵਧੀਆ, ਬੁਲੰਦ, ਉਜਲਾ, ਕਿਉਂਕਿ ਇਹ ਕਿਸੇ ਵੀ ਹੋਰ ਸ਼ਾਇਰੀ ਦੇ ਨਾਲ ਪੂਰਾ ਆਪਣਾ ਬਰ ਮੇਚਦੀ ਆ ਔਰ ਵਿਸ਼ਵ ਪੱਧਰ ਦੀ ਸ਼ਾਇਰੀ ਹੈਗੀ ਆ। ਸਿਰਫ ਇੱਕੋ ਗੱਲ ਜੀ ਕੁਛ ਜ਼ਿਕਰ ਆਪਾਂ ਪਹਿਲਾਂ ਕਰ ਰਹੇ ਹਾਂ ਕਿ ਛਪੀਆਂ ਕਿਤਾਬਾਂ ਦੀ ਇੱਕ ਸਕਰੀਨਿੰਗ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਅਸੀਂ ਉਹ ਚੀਜ਼ ਪਰੋਸੀਏ ਜਿਹਦੇ ਤੋਂ ਅਸੀਂ ਆਪ ਮੁਤਮਈਨ ਜਾਂ ਸੈਟਿਸਫਾਈਡ ਆ ਵੀ ਇਹ ਚੀਜ਼ ਠੀਕ ਆ। ਇੱਕ ਸਰਜਨ ਜਿਹੜਾ ਵਾ ਜਦੋਂ ਉਹ ਚਾਕੂ ਮਾਰ ਕੇ ਵਾਧੂ ਅੰਗ ਜਿਹੜੇ ਵਾਧੂ ਚੀਜ਼ਾਂ ਨੂੰ ਕੱਢ ਦਿੰਦਾ, ਉਸ ਤਰ੍ਹਾਂ ਅਸੀਂ ਆਪਣੇ ਸ਼ਬਦਾਂ ਨਾਲ ਮੋਹ ਨਾ ਕਰੀਏ ਵੀ ਮੈਂ ਲਿਖਦਾ ਇਹਦਾ ਮਤਲਬ ਅਟਲ ਸੱਚਾਈ ਹੋ ਗਈ ਆ। ਉਹਨੂੰ ਚੀਰ ਫਾੜ ਕਰਕੇ ਦੂਸਰੇ ਦੀ ਨਜ਼ਰਾਂ ਨਾਲ ਸਭ ਤੋਂ ਵਧੀਆ ਜਿਹੜੀ ਰਚਨਾ ਉਹ ਕਿਹਾ ਜਾਂਦਾ ਵਾ ਕਿ ਅੰਗਰੇਜ਼ੀ ਵਿਦਵਾਨ ਨੇ ਕਿਸ ਨੇ ਲੇਖਕ ਨੇ ਲਿਆ ਕਿ ਉਹਨੂੰ ਕਿਸੇ ਨੇ ਸਮਰਸੈਟ ਮਾਮ ਦੀ ਸ਼ਾਇਦ ਗੱਲ ਆ, ਮੈਨੂੰ ਪੁੱਛਿਆ ਵੀ ਤੂੰ
ਆਪਣੀ ਸਭ ਤੋਂ ਵਧੀਆ ਰਚਨਾ ਕਿਹੜੀ ਕਹਿੰਦਾ ਮੇਰੀ ਸਭ ਤੋਂ ਵਧੀਆ ਰਚਨਾ ਉਹ ਸੀ ਕਿ ਇੱਕ ਨਾਵਲ ਤੋਂ ਮੈਂ ਮੁਤਮੈਨ ਨਹੀਂ ਸੀ, ਮੈਂ ਉਹਨੂੰ ਪਾੜ ਕੇ ਸੁੱਟਤਾ। ਇਹ ਮੇਰੀ ਸਭ ਤੋਂ ਵੱਡੀ ਕੰਟਰੀਬਿਊਸ਼ਨ। ਅਤੇ ਦੂਸਰੀ ਗੱਲ ਜਿਹੜੀ ਤੁਸੀਂ ਸੁਨੇਹੇ ਦੀ ਗੱਲ ਕਰਦੇ ਹੋ, ਮੈਂ ਸਮਝਦਾ ਕਿ ਜਿਹੜਾ ਅਨੁਵਾਦ ਆ ਨਾ, ਜਿਹੜਾ ਕਿਸੇ ਕਵਿਤਾ ਦਾ, ਹੁਣ ਬੰਗਾਲੀ ਦਾ ਜੇ ਟੈਗੋਰ ਦਾ ਅਨੁਵਾਦ WB ਯੀਟਸ ਨੇ ਨਾ ਕੀਤਾ ਹੁੰਦਾ, ਸ਼ਾਇਦ ਗੀਤਾਂਜਲੀ ਨੂੰ ਉਹ ਇਨਾਮ ਵੀ ਨਾ ਮਿਲਦਾ। ਜੀ। ਅਤੇ ਸਾਨੂੰ ਚੰਗੇ ਅਨੁਵਾਦਕਾਂ ਦੀ ਲੋੜ, ਚੰਗੇ ਸ਼ਾਇਰੀ ਦੇ ਪਰਪੱਕ ਜਿਹੜੇ ਸ਼ਾਇਰ ਉੱਧਰ ਆਉਂਦੇ ਉਹਨਾਂ ਦੀ ਲੋੜ ਆ। ਅਤੇ ਇਹਦਾ ਭਵਿੱਖ ਸਾਨੂੰ ਕੋਈ ਇਹਦੇ ਬਾਰੇ ਕੋਈ ਭੁਲੇਖਾ ਨਹੀਂ। ਨਾ ਸਾਡੀ ਪੰਜਾਬੀ ਬੋਲੀ ਮਰੇਗੀ, ਖਤਮ ਹੋਏਗੀ, ਨਾ ਇਹ ਸ਼ਾਇਰੀ, ਇਹ ਬੋਲੇ ਹੋਏ ਸ਼ਬਦ ਜਿਹੜੇ ਆ ਉਹ ਕਦੀ ਖਤਮ ਹੋਣਗੇ। ਮੇਰਾ ਇਹਦਾ ਪੂਰਾ ਯਕੀਨ। ਮੈਂ ਇਹਦੇ 'ਚ ਹੋਰ ਇੱਕ ਵਾਅਦਾ ਕਰਨਾ ਚਾਹੁੰਦਾ ਕਿ ਸਾਨੂੰ ਸ਼ਾਇਰੀ ਦੇ ਨਾਲ ਨਾਲ, ਤੁਸੀਂ ਜੇ ਸ਼ਾਇਰ ਹੋ ਤਾਂ ਸ਼ਾਇਰੀ ਦੀਆਂ ਇਹ ਗੱਲਾਂ ਜਿਹੜੀਆਂ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ। ਜਿੱਦਾਂ ਸਾਡਾ ਲੁਧਿਆਣੇ ਵਸਦਾ ਸ਼ਾਇਰ ਗੁਰਭਜਨ ਗਿੱਲ ਇੱਕ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ। ਉਹ ਮਤਲਬ ਨਵੇਂ ਸ਼ਾਇਰਾਂ ਦੀ ਸ਼ਾਇਰੀ ਨੂੰ ਇੰਟਰੋਡਿਊਸ ਵੀ ਕਰਾਉਂਦਾ, ਜਿਹੜੇ ਪੁਰਾਣੇ ਸ਼ਾਇਰ ਨੇ ਉਹਨਾਂ ਦੀ ਸ਼ਾਇਰੀ ਦੀ ਵੀ ਉਹ ਗੱਲ ਕਰਦਾ ਹੈਗਾ। ਔਰ ਉਹ ਇੱਕ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ। ਤੇ ਮੈਂ ਸਮਝਦਾ ਵੀ ਇਹ ਸਾਡੇ ਜਿਹੜੇ ਸ਼ਾਇਰ ਨੇ, ਗੁਰਭਜਨ ਗਿੱਲ ਜਿਹਦਾ ਕੰਮ ਭਾਵੇਂ ਨਾ ਕਰ ਸਕਣ, ਪਰ ਫਿਰ ਵੀ ਉਹਨਾਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਆਪਣੇ ਆਪਣੇ ਪੱਧਰ ਤੇ ਉਹ ਵੀ ਇਸ ਕਿਸਮ ਦੇ ਯਤਨ ਕਰਦੇ ਰਹਿਣ। ਸੋ ਇਹਨਾਂ ਲਫ਼ਜ਼ਾਂ ਨਾਲ ਡਾਕਟਰ ਰਵਿੰਦਰ ਜੀ, ਅਸੀਂ ਤੁਹਾਡੇ ਬਹੁਤ ਮਸ਼ਕੂਰ ਹਾਂ। ਅਤੇ ਪਿਆਰੇ ਦਰਸ਼ਕੋ, ਇਹ ਸਾਡੇ ਡਾਕਟਰ ਸਾਹਿਬ ਆਏ, ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ। ਇਹ ਸਾਨੂੰ ਸ਼ਾਇਰੀ ਦੀਆਂ, ਗਾਇਕੀ ਦੀਆਂ, ਗੀਤਕਾਰੀ ਦੀਆਂ ਗੱਲਾਂ ਦੱਸ ਕੇ ਗਏ ਨੇ ਅਤੇ ਸਾਨੂੰ ਲੱਗਦਾ ਕਿ ਇਹ ਬੜੀਆਂ ਲਾਹੇਵੰਦ ਨੇ, ਲਾਭਦਾਇਕ ਨੇ। ਸੋ ਅਗਲੀ ਵਾਰੀ ਇੱਕ ਹੋਰ ਰੰਗ ਲੈ ਕੇ ਅਸੀਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਵਾਂਗੇ। ਮਿਹਰਬਾਨੀ।